ਸਜਣ ਸਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੁ। ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੁ। ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੁ। ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾ। ਰਹਿਣ ਨਾ ਪਾਵਹਿ ਸੁਰ ਨਰ ਦੇਵਾ। ਊਠ ਸਿਧਾਰੇ ਕਰ ਮੁਨ ਜਨ ਸੇਵਾ। ਰਹਿਣ ਨਾ ਪਾਵਹਿ ਸੁਰ ਨਰ ਦੇਵਾ। ਊਠ ਸਿਧਾਰੇ ਕਰ ਮੁਨ ਜਨ ਸੇਵਾ। ਜੀਵਤ ਪਿਖੇ ਜਿਨੇ ਹਰ ਹਰ ਧਿਆਇਆ। ਸਾਧ ਸੰਗ ਤਿਨੀ ਦਰਸ਼ਨ ਪਾਇਆ। ਰਹਾਉ ਬਾਦਸ਼ਾਹ ਸ਼ਾਹ ਵਾਪਾਰੀ ਮਰਨਾ। ਜੋ ਦਿਸੈ ਸੋ ਕਾਲਹਿ ਖਰਨਾ। ਕੂੜੈ ਮੋਹਿ ਲਪਟ ਲਪਟਾਨਾ। ਛੋੜ ਚੱਲਿਆ ਤਾਂ ਫਿਰ ਪਛਤਾਨਾ। ਕਿਰਪਾ ਨਿਧਾਨ ਨਾਨਕ ਕਉ ਕਰਹੁ ਦਾਤ। ਨਾਮ ਤੇਰਾ ਜਪੀ ਦਿਨ ਰਾਤ। ਕਿਰਪਾ ਨਿਧਾਨ ਨਾਨਕ ਕਉ ਕਰਹੁ ਦਾਤ। ਨਾਮ ਤੇਰਾ ਜਪੀ ਦਿਨ ਰਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਧੰਨ ਹਜ਼ੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਮਾਲਕ ਪਾਤਸ਼ਾਹ ਦੀ ਪਾਵਨ ਗੋਦ ਅੰਦਰ ਹਜ਼ੂਰ ਸਤਿਗੁਰੂ ਗੁਰ ਕਲਗੀਧਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇਸ ਮਹਾਨ ਬਖਸ਼ਿਸ਼ਾਂ ਨਾਲ ਨਿਵਾਜੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਬਾਲ ਲੀਲਾ ਸ਼੍ਰੀ ਮੈਣੀ ਸੰਗਤ ਜੀ ਸਾਹਿਬ ਵਿਖੇ ਹਜ਼ੂਰ ਦੀ ਪਾਵਨ ਗੋਦ ਅੰਦਰ ਅਤੇ ਪਾਤਸ਼ਾਹ ਜੀ ਦੇ ਧਰਮ ਮਾਤਾ ਵਿਸ਼ੰਭਰਾ ਦੇਵੀ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਬੜੀ ਭਾਵਨਾ ਦੇ ਨਾਲ ਦੂਰੋਂ ਨੇੜਿਓਂ ਆ ਕਰਕੇ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀ। ਆਓ ਸਾਹਿਬ ਜੀ ਜੋ ਬਖਸ਼ਿਸ਼ ਦੇ ਕਰਕੇ ਅੰਮ੍ਰਿਤ ਵੇਲੇ ਮੁੱਖ ਵਾਕ ਸਾਹਿਬ ਇਹਨਾਂ ਪਾਵਨ ਅਸਥਾਨਾਂ ਤੋਂ ਬਖਸ਼ ਕੇ ਨਿਵਾਜਿਆ ਹੈ, ਤਿਸ ਦੀ ਪਾਵਨ ਵਿਚਾਰ ਕਰਨ ਦਾ ਯਤਨ ਕਰੀਏ। ਅਰਦਾਸ ਕਰੀਏ ਕਿ ਮਾਲਕ ਸਾਹਿਬ ਜੀ ਤੁਸੀਂ ਬਲ ਦਿੱਤਾ, ਅਸੀਂ ਇਸ ਮੌਸਮ ਦਾ ਮੁਕਾਬਲਾ ਕਰਦਿਆਂ ਹੋਇਆ ਇਸ ਮੌਸਮ ਦੀ ਇਸ ਤਰ੍ਹਾਂ ਦੀ ਜੋ ਮਾਰ ਸਰੀਰਾਂ ਨੂੰ ਪੈ ਰਹੀ, ਜੋ ਆਮ ਮਨੁੱਖ ਡਰ ਕੇ ਕੋਈ ਘਰ ਚੋਂ ਬਾਹਰ ਨਹੀਂ ਨਿਕਲ ਰਿਹਾ, ਕੋਈ ਕਮਰੇ ਚੋਂ ਬਾਹਰ ਨਹੀਂ ਨਿਕਲ ਰਿਹਾ, ਪਰ ਤੂੰ ਸਾਨੂੰ ਬਲ ਦਿੱਤਾ, ਤਾਣ ਦਿੱਤਾ, ਇੱਕ ਚਾਅ ਦਿੱਤਾ, ਸੋਝੀ ਦਿੱਤੀ, ਆਪਣੀ ਖਿੱਚ ਪੈਦਾ ਕੀਤੀ। ਅਸੀਂ ਸੰਸਾਰ ਦੇ ਫੁਰਨਿਆਂ ਰੁਝੇਵਿਆਂ ਤੋਂ ਟੁੱਟ ਕੇ ਤੇ ਜਿਹੜਾ ਸਾਰਿਆਂ ਤੋਂ ਜ਼ਰੂਰੀ ਕੰਮ ਸੀ ਆਇਓ ਸੁਣਨ ਪੜ੍ਹਨ ਕਉ ਬਾਣੀ, ਤੇ ਮਹਾਰਾਜ ਸੰਸਾਰ ਤੇ ਜਿਸ ਜ਼ਰੂਰੀ ਕਾਰਜ ਵਾਸਤੇ ਆਏ ਸੀ ਤੇ ਗੁਰੂ ਘਰ ਦੇ ਵੀ ਅੰਦਰ ਅਸੀਂ ਆਪੋ ਆਪਣੇ ਘਰਾਂ ਤੋਂ ਦੇਸ਼ਾਂ ਤੋਂ ਲੰਬੇਰਾ ਪੰਧ ਤੈਅ ਕਰਕੇ ਇਸ ਧਰਤੀ ਤੇ ਆਏ ਕਿ ਅਸੀਂ ਮਹਾਰਾਜ ਦੀ ਕੋਈ ਬਖਸ਼ਿਸ਼ ਪ੍ਰਾਪਤ ਕਰ ਆਈਏ।
ਸੋ ਮਹਾਰਾਜ ਤੁਸੀਂ ਤਰਸ ਕੀਤਾ, ਸਾਨੂੰ ਇੱਥੋਂ ਤੱਕ ਹਜ਼ੂਰੀ ਤੱਕ ਆਉਣ ਦਾ ਬਲ ਬਖਸ਼ਿਆ ਹੈ। ਤਰਸ ਕਰੋ ਜੀਵਾਂ ਤੇ, ਸਾਨੂੰ ਹੁਣ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਵੀ ਦਿਓ। ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਬਖਸ਼ੋ। ਆਪਣੇ ਇਸ ਪਾਵਨ ਸ਼ਬਦ ਨੂੰ ਬੜੀ ਭਾਵਨਾ ਨਾਲ ਕਹਿਣ ਦਾ, ਸੁਣਨ ਦਾ, ਸਮਝਣ ਦਾ ਬਲ ਬਖਸ਼ਿਸ਼ ਕਰੋ। ਆਓ ਜਿਤਨੇ ਕੁ ਸਰੀਰ ਜੁੜੇ ਹਾਂ, ਪਿਆਰ ਸਹਿਤ ਇੱਕ ਦਫਾ ਉਚਾਰਨ ਕਰੋ ਔਰ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੂਹੀ ਮਹੱਲਾ ਪੰਜਵਾ। ਹਜੂਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਇਹ ਮੁਬਾਰਕ ਬਚਨ ਜੋ ਅੰਮ੍ਰਿਤ ਵੇਲੇ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸੂਹੀ ਰਾਗ ਅੰਦਰ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 740 ਅੰਗ ਤੇ ਪ੍ਰਾਰੰਭਤਾ ਦੀਆਂ ਮੁਬਾਰਕ ਪੰਕਤੀਆਂ ਨੇ। ਜਦੋਂ ਇਸ ਸਾਰੇ ਸ਼ਬਦ ਨੂੰ ਆਪਾਂ ਦੇਖਾਂਗੇ ਤਾਂ ਮਹਾਰਾਜ ਜੀ ਰਹਾਉ ਦੀਆਂ ਜੋ ਮੁਬਾਰਕ ਪੰਕਤੀਆਂ ਨੇ, ਜੋ ਸ਼ਬਦ ਦਾ ਕੇਂਦਰੀ ਭਾਵ ਹੈ, ਜੋ ਸ਼ਬਦ ਦਾ ਸੈਂਟਰਲ ਆਈਡੀਆ ਹੈ, ਉਹਦੇ ਅੰਦਰ ਮਹਾਰਾਜ ਜੀ ਇੱਕ ਹਲੂਣਾ ਦੇ ਕੇ ਕਹਿੰਦੇ ਵੀ ਮੈਂ ਸੰਸਾਰ ਤੇ ਬੜੇ ਲੋਕ ਵੇਖੇ ਨੇ ਜਿਹੜੇ ਆਪਣੇ ਆਪ ਨੂੰ ਜਿਉਂਦਾ ਸਮਝਦੇ ਨੇ। ਆਪਾਂ ਜਿੰਨੇ ਵੀ ਬੈਠੇ ਆ, ਜੇ ਆਪਣੇ 'ਚ ਕੋਈ ਖੜਾ ਹੋ ਕੇ ਕਵੇ ਵੀ ਤੂੰ ਮਰਿਆ ਤੇ ਮਾफ़ ਕਰੋ ਵੀ ਆਪਾਂ ਅੱਗੋਂ ਨੂੰ ਬੋਲ ਕੇ ਕਵਾਂਗੇ ਵੀ ਤੈਨੂੰ ਦਿਸਦਾ ਨਹੀਂ ਮੈਂ ਚੰਗਾ ਭਲਾ ਵਾਂ, ਮੈਂ ਜਿਉਂਦਾ ਵਾਂ। ਕਿਉਂਕਿ ਜੇ ਮੈਂ ਮੁਰਦਾ ਹੁੰਦਾ ਤੇ ਸ਼ਾਇਦ ਮੈਂ ਬਾਹਰ ਹੁੰਦਾ, ਹੋ ਸਕਦਾ ਸੀ ਮੈਨੂੰ ਦਰਵਾਜ਼ੇ ਤੋਂ ਮੱਥਾ ਟਿਕਾ ਕੇ ਲੈ ਜਾਂਦੇ, ਮੈਂ ਅੰਦਰ ਆ ਕੇ ਬੈਠਾ, ਮੈਂ ਹਿੱਲਦਾ ਜੁਲਦਾ ਵਾਂ, ਮੈਂ ਮੁਰਦਾ ਨਹੀਂ ਆ। ਪਰ ਹਜੂਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੈਂ ਸੰਸਾਰ ਤੇ ਵੇਂਦਾ ਵਾਂ ਵੀ ਬਹੁਤਾਂਤ ਦੇ ਵਿੱਚ ਦੁਨੀਆ ਜਿਹੜੀ ਇਹ ਮੁਰਦਿਆਂ ਦੀ ਤੁਰੀ ਫਿਰਦੀ ਹੈ। ਮਹਾਰਾਜ ਤੁਸੀਂ ਐਡੀ ਵੱਡੀ ਗੱਲ ਕਿਵੇਂ ਕਹਿ ਦਿੱਤੀ? ਪਾਤਸ਼ਾਹ ਕਹਿੰਦੇ ਇਹਦਾ ਇੱਕ ਕਾਰਨ ਹੈ, ਮੈਂ ਉਹਨਾਂ ਨੂੰ ਜਿਉਂਦੇ ਨਹੀਂ ਸਮਝਦਾ ਜਿਹੜੇ ਕੇਵਲ ਤੁਰਦੇ ਨੇ, ਹੱਸਦੇ ਨੇ, ਬੋਲਦੇ ਨੇ, ਵੇਂਦੇ ਨੇ, ਖਾਂਦੇ ਪੀਂਦੇ ਨੇ, ਸੰਸਾਰ ਨੂੰ ਹੰਡਾਉਂਦੇ ਮੰਨਦੇ ਨੇ। ਮੇਰੀ ਨਿਗਾਹ ਦੇ ਵਿੱਚ ਜਿਉਂਦੇ ਹੋਏ ਕੋਈ ਹੋਰ ਨੇ। ਤਾਂ ਮਹਾਰਾਜ ਸਾਹਿਬ ਸਾਰੇ ਸ਼ਬਦ ਦੇ ਅੰਦਰ ਸਮਝਾਉਣਗੇ ਵੀ ਜਿਨ੍ਹਾਂ ਨੂੰ ਜਿਉਣਾ ਆ ਗਿਆ ਉਹ ਅਸਲ ਦੇ ਵਿੱਚ ਸੰਸਾਰ ਦੇ ਉੱਤੇ ਸਦਾ ਵਾਸਤੇ ਕਾਇਮ ਦਾਇਮ ਨੇ। ਉਹ ਭਾਵੇਂ ਸੰਸਾਰ ਦੀਆਂ ਅੱਖਾਂ ਤੋਂ ਓਲੇ ਵੀ ਹੋ ਜਾਣ, ਉਹ ਫਿਰ ਵੀ ਸੰਸਾਰ ਤੇ ਕਾਇਮ ਦਾਇਮ ਨੇ। ਤੇ ਮਹਾਰਾਜ ਉਹਨਾਂ ਨੂੰ ਐਸੀ ਬਖਸ਼ਿਸ਼ ਮਿਲਦੀ ਕਿੱਥੋਂ ਹੈ? ਤਾਂ ਸਾਧ ਸਾਹਿਬ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਨੇ ਸਾਧ ਸੰਗਤ ਦੇ ਦੁਆਰਾ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦਾ ਦੀਦਾਰ ਕਰ ਲਿਆ, ਜਿਹੜੇ ਉਹਦੇ ਨਾਲ ਜੁੜ ਗਏ ਨੇ, ਉਹਦੇ ਨਾਲ ਬੱਝ ਗਏ ਨੇ, ਜਿਨ੍ਹਾਂ ਨੇ ਵਿਛੋੜੇ ਵਾਲੀ ਦੂਰੀ ਜਿਹੜੀ ਸੀ ਖਤਮ ਕਰ ਲਈ ਤੇ ਮਿਲਾਪ ਦੀ ਅਵਸਥਾ ਨੂੰ ਪ੍ਰਾਪਤ ਕਰ ਗਏ। ਹੁਣ ਪਰਮੇਸ਼ਰ ਜਿਹੜਾ ਹੈ ਉਹ ਵੀ ਸਦੀਵੀ ਕਾਲ ਵਾਸਤੇ ਹੈ। ਕੱਲ੍ਹ ਵੀ ਜ਼ਿਕਰ ਕੀਤਾ, ਉਹਦਾ ਕੋਈ ਅੰਤ ਨਹੀਂ, ਕੋਈ ਆਦ ਨਹੀਂ, ਉਹ ਕਾਲ ਦੇ ਅਧੀਨ ਨਹੀਂ ਹੈ, ਉਹ ਮੌਤ ਤੋਂ ਬੜਾ ਪਰੇ ਹੈ, ਉਹ ਸਮੇਂ ਤੋਂ ਬੜਾ ਪਰੇ ਹੈ। ਕਾਲ ਅਕਾਲ, ਉਹ ਕਾਲ ਤੇ ਅਕਾਲ ਬਿਲਕੁਲ ਪਾਸੇ ਹੈ, ਉਹ ਅਕਾਲ ਹੈ, ਕਾਲ ਦੀ ਹੋਂਦ ਤੋਂ ਪਰੇ ਹੈ। ਤਾਂ ਪਾਤਸ਼ਾਹ ਜੀ ਇਹ ਸਮਝਾ ਕੇ ਕਹਿਣਗੇ ਜਿਹੜੇ ਜੁੜ ਗਏ ਉਹ ਵੀ ਕਾਲ ਦੀ ਸਮੇਂ ਦੀ ਲਪੇਟ ਤੋਂ ਪਰਾਂ ਹੋ ਗਏ। ਤਾਂ ਮਹਾਰਾਜ ਸਾਰੇ ਸ਼ਬਦ ਦੇ ਅੰਦਰ ਕਿਰਪਾ ਕਰਨਗੇ। ਖੈਰ ਰਹਾਉ ਦੀਆਂ ਪੰਕਤੀਆਂ 'ਚ ਮਹਾਰਾਜ ਨੇ ਇਹ ਸਮਝਾਇਆ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਮੈਂ ਕਿਹਨਾਂ ਨੂੰ ਜਿਉਂਦੇ ਸਮਝਦਾ ਹਾਂ। ਹੁਣ ਸਾਹਿਬ ਪਾਤਸ਼ਾਹ ਸਮਝਾਉਂਦੇ ਨੇ, ਤੂੰ ਸੰਸਾਰ ਤੇ ਇੱਕ ਬੜਾ ਵੱਡਾ ਵਹਿਮ ਪਾਲ ਕੇ ਬੈਠਾ ਕਿ ਮੈਂ ਸੰਸਾਰ ਤੇ ਸਦਾ ਕਾਇਮ ਦਾਇਮ ਰਵਾਂਗਾ। ਪ੍ਰਾਰੰਭਤਾ ਕਰਦੇ ਨੇ ਸ਼ਬਦ ਦੀ, ਕਹਿੰਦੇ ਭਲਿਆ ਰਹਿਣ ਨਾ ਪਾਵਹਿ ਸੁਰ ਨਰ ਦੇਵਾ। ਇਸ ਧਰਤੀ ਦੇ ਉੱਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪੁੱਛਦੇ ਆ ਤੇ ਪਾਤਸ਼ਾਹ ਜੀ ਕਹਿੰਦੇ ਵੀ ਭਾਵੇਂ ਕੋਈ ਪਸ਼ੂ ਹੈ, ਭਾਵੇਂ ਕੋਈ ਪੰਛੀ ਹੈ, ਜੋ ਵੀ ਪ੍ਰਾਣਾਧਾਰੀ ਹੈ ਉਹ ਸੰਸਾਰ ਤੇ ਜੇ ਆਇਆ ਤੇ ਉਹਨੇ ਜਾਣਾ ਹੀ ਜਾਣਾ। ਮਹਾਰਾਜ ਕੀ ਪ੍ਰਾਣਾਧਾਰੀ ਸੰਸਾਰ ਤੋਂ ਜਾਂਦੇ ਨੇ ਜਿਨ੍ਹਾਂ 'ਚ ਪ੍ਰਾਣ ਨਹੀਂ ਹੈਗੇ? ਆ ਹੁਣ ਆ ਸ੍ਰਿਸ਼ਟੀ ਬੜਾ ਕੁਛ ਹੈ, ਆ ਸੰਸਾਰ ਤੇ ਮਿੱਟੀ ਹੈ, ਆ ਇੱਟਾਂ ਰੋੜੇ ਨੇ, ਬੜਾ ਕੁਛ ਹੈ। ਕਿ ਮਹਾਰਾਜ ਇਹ ਨਹੀਂ ਜਾਣਗੇ? ਤਾਂ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨਹੀਂ, ਸਭ ਕੁਛ ਜਾਏਗਾ। ਮਹਾਰਾਜ ਕੀ ਜਾਏਗਾ? ਸਾਹਿਬ ਕਹਿੰਦੇ ਜੋ ਉਪਜ ਗਿਆ। ਤੇ ਉਪਜ ਦਾ ਭਾਵ ਕੀ? ਜਿਹੜਾ ਇੱਕ ਵਾਰ ਪ੍ਰਗਟ ਹੋ ਗਿਆ, ਇਹ ਦਿਨ ਵੀ ਪ੍ਰਗਟ ਹੋਇਆ, ਪੈਦਾ ਹੋ ਗਿਆ, ਉਪਜ ਗਿਆ, ਇਹ ਵੀ ਸ਼ਾਮ ਤੱਕ ਚਲਾ ਜਾਏਗਾ। ਰਾਤ ਪੈਦਾ ਹੋਈ, ਇਹ ਰਾਤ ਵੀ ਚਲੀ ਜਾਏਗੀ। ਸੋ ਮਹਾਰਾਜ ਕਹਿੰਦੇ ਵੀ ਜੋ ਵੀ ਸੰਸਾਰ ਤੇ ਪ੍ਰਗਟ ਹੋ ਰਿਹਾ, ਆਪਾਂ ਦੇਖਦੇ ਹਾਂ, ਆਪਾਂ ਫਸਲ ਬੀਜਦੇ ਹਾਂ, ਛੋਟਾ ਜਿਹਾ ਬੀਜ ਮਿੱਟੀ ਦੀ ਹਿੱਕ ਦੇ ਵਿੱਚ ਅਸੀਂ ਦੱਬ ਦਿੱਤਾ, ਸਹਿਜੇ ਸਹਿਜੇ ਉਹਦੇ 'ਚ ਇੱਕ ਬੂਟਾ ਜਿਹੜਾ ਸੀ ਛੋਟਾ ਜਿਹਾ ਉਹ ਪ੍ਰਗਟ ਹੋਇਆ, ਪੈਦਾ ਹੋਇਆ, ਸਮੇਂ ਦੇ ਨਾਲ ਉਹ ਵਧਿਆ, ਵੱਧ ਕੇ ਉਹਦੇ ਵਿੱਚੋਂ ਰੁੱਖ ਬਣਿਆ। ਜਿਵੇਂ ਰੁੱਖ ਬਣਿਆ, ਆਪਾਂ ਕਿਹਾ ਵੀ ਇਹ ਇੰਨੇ ਸਾਲ ਪੁਰਾਣਾ ਆ, 50 ਸਾਲ ਪੁਰਾਣਾ, 100 ਸਾਲ ਪੁਰਾਣਾ ਹੈ, ਪਰ ਸਮੇਂ ਦੇ ਨਾਲ ਉਹ ਵੀ ਇੱਕ ਦਿਨ ਖਤਮ ਹੋ ਗਿਆ।
कोई संसार ते इमारत बनी तो बनाने वाले ने कह दिता भी ये 100 साल नहीं टुटेगी, मतलब 100 साल तो बाद ये खत्म हो जाएगी। इस संसार का संबंध कुछ इस तरह का है। तो पातशाह कहते संसार ते जो उपजियो सो बिनस है, पर वो आज कै काल, अज बिनस जे कल बिनस जे, काल के अधीन इन्हें आना है। पर ए जीव नानक हर गुण गाए ले, तू संसार ते हरि दे गुणां नूं गा। ते पता किस तरह का, छाड़ सगल जंजाल, आ जिहड़े जंजालां च तू पिया होया भी मैं ਉਹਦੀ सार संभाल कर ਲਾਂ, मैं ਉਹਨੂੰ सैट कर ਲਾਂ, मैं आह काम कर ਲਾਂ, मैं ਉਹ काम कर ਲਾਂ, नहीं, तू इस जंजाल दे विचों बाहर आ ते जिस काम वास्ते आया सो कर। हजूर दी बाणी च आपां एक वचन पढ़दे हां कि चेतना है तो चेत लै, निस दिन मैं प्राणी, कि जे तेरे अंदर ਉਹਨੂੰ ਚੇਤੇ ਕਰਨ ਦੀ ਕੋਈ ਚਾਹ ਹੈਗੀ ਹੈ, ਜੇ ਚੇਤੇ ਕਰਨ ਦਾ ਚਿੰਤਨ ਕਰਨ ਦਾ ਚਾਹ ਹੈਗਾ ਤੇ ਤੂੰ ਦਿਨ ਰਾਤ ਉਹਦਾ ਚਿੰਤਨ ਕਰ ਲਾ। ਮਹਾਰਾਜ ਇਸ ਤੋਂ ਬਾਅਦ ਕੀ ਹੋਏਗਾ? ਸਭ ਕਹਿੰਦੇ ਰੱਤਾ ਕੋ ਧਿਆਨ ਮਾਰ, ਛਿਨ ਛਿਨ ਔਦ ਬਿਹਾਤ ਹੈ, ਫੂਟੈ ਘਟ ਜਿਉ ਪਾਣੀ। ਜਿਵੇਂ ਘੜੇ ਦੇ ਵਿੱਚੋਂ ਪਾਣੀ ਸਿਮਦਾ, ਰੋਜ਼ਾਨਾ ਸੌਣ ਲੱਗਿਆਂ ਪੜ੍ਹਦੇ ਹੋ, ਔਦ ਘਟੈ ਦਿਨਸ ਰੈਣਾਰੇ, ਮਨ ਗੁਰ ਮਿਲ ਕਾਜ ਸਵਾਰੇ, कि तेरी उम्र जी घटती जा रही। साहब की बाणी च एक होर वचन तुसीं पढ़ते हो, उत्थे भगत साहबान कहते ने, कहते कि याद रखी जब लग जरा रोग नहीं आया, जिन्ना चिर तेरे शरीर के उत्ते बुढ़ेपा नहीं आया, जिन्ना चिर, क्योंकि बुढ़ेपा आ गया तो माफ़ करियो फिर जिहड़ी चौंकड़ी जवानी च वज जाती वो बुढ़ेपे च नहीं वजदी। जिन्ना चिर जवानी च सिमरन बंदा कर लैंदा, शायद बजुर्गी च जाके उन्ना ना हो सके। तो बाणी कह रही है जब लग जरा रोग नहीं आया, जब लग काल ग्रसी नहीं काया, जिन्ना चिर तेरी इस काया नू, इस शरीर नू काल ने, मौत ने अपनी लपेट विच नहीं लिया, जब लग बिकल भई नहीं बाणी, जिन्ना चिर तेरी ये बाणी, तेरी शब्दावली जिहड़ी है वो, जिवें आपां कहने भी कई बार बजुर्गी च बंदा बोलदा कुछ होर है, निकलदा कुछ होर है, तो उन्होंने पुछो भी ये की, तो कहेगा भी हवा जिहड़ी है ना वो दंद है नहीं कि हवा पास हो जाती है। ये कहानी जिहड़ी बनी पई शरीर दे नाल, ते ये जिन्ना चिर तेरे नाल ये कहानी नहीं ना बनदी, उन्ना चिर तू इंज कर, भज ले रे मन सारंग पानी। ये तीन अवस्था तेरे शरीर ते आउणियां ने, कोशिश कर तू जवानी दे विच, बचपन दे विच चिंतन कर, बजुर्गी विच जाके तू कर सकदा है, पर थोड़ा जिहा ये कमां भी औखा हो जाएगा जिहड़ा काम तू जवानी च कर लिया। बिकल भई नहीं बाणी, एक छोटी जी गल याद आई कि देखो आपां कई बार खेतों के विच वेखिया होएगा, अजकल तो चलो साधन तकनीकां बड़ियां ने, पहले समय च वेंदे सी भी जे किसी ने पंछी उड़ाने हो ना खेतों चों, तो वह हत्थ दे विच डब्बा लैके खड़काउंदा सी, जां कोई ढोल भी खड़काउंदा सीगा, बड़े बड़े तरीके लोग अपने हिसाब नाल वरतदे सी। हुण बजुर्ग की कर रहा, वो ढेमा लैके ना तो जोर जोर दी पंछियां नूं मार रहा, तो नाले वो डब्बा खड़का रहा। तो कोलों लंघदे किसी ने कहा भी भलिया ढेमा मारी जा, डब्बा खड़काई जा, पर इन्हां नूं आवाज़ ना दें, जिवें आपां कई बार हुर करके आवाज़ देने आ, पंछियां नूं उडाउंदे आ, तो कहंदा भी इन्हां नूं आवाज़ ना दें। तो बजुर्ग बड़ा हैरान होया, कहंदा भी आवाज़ ना दें दा की मतलब है? वो कहंदा नहीं, जे तूं इन्हां नूं आवाज़ दित्ती ना, पंछी बड़े सियाणे, तो इन्हां नूं पता लग जाता है भी ये आवाज़ किस तरह की है। जिवें आपां नूं पता लग जाता ना भी बच्चा बोल रहा है, ਜਾਂ नौजवान बोल रहा, ਜਾਂ बजुर्ग बोल रहा, कंधोले कोई गल करे आपां आवाज़ पहचान जाने आ, पशु पंछी भी आवाज़ पहचानते। वो कहंदा इन्हां नूं पता लग जाना है भी ये बजुर्ग की आवाज़ है, तो सानू फड़ नहीं सकता, क्योंकि ये तुरन तो असमर्थ होएगा, ये भज्जण दौड़न तो असमर्थ होएगा, इस करके ये मौज नाल दाणा चुगणगे, ये बेपरवाह हो जाणगे, आवाज़ ना दई इन्हां नूं। कहण दा भाव सी कि जो जवानी च तेरे कोल है वो बजुर्गी च नहीं रहेगा। खैर पातशाह जी ये कहते ने रहन ना पावहे, भाव जे असीं शरीर दे नाल गल करिए, शरीर दे नाल जो उपजिया संसार ते, जो बनिया संसार ते, कुछ भी नहीं रहेगा। इत्थों तक साहब ने बाणी अंदर कह दिता कि जिस आसन हम बैठे केते बैस गया, जिस आसन हम बैसे, जिस थां ते आपां बैठे हाँ, जे संसारी तौर पर भी गल करिए, जिथे हुण तुसीं चौंकड़ा मारिया, तुहाडे तो पहलां कोई होर बैठा होया सी, तुसीं उठ के जाओगे, कोई दूसरा आएगा, उन्हें वेखना जगह खाली है, उन्हें बह जाना है। ਜਿਹੜੇ संसार के घर विच अज असीं चौंकड़ा मार के बैठे हाँ, पहलां साडे दादे पड़दादियां ने वो जगह ते कब्जा करके रखिया सी। सो जिन्हां पदवियां नूं अज असीं मानदे हाँ,
ਬੰਦਾ ਕਿਸੇ ਕੰਪਨੀ 'ਚ ਜੌਬ ਕਰ ਰਿਹਾ ਵੀ ਮੈਂ ਫਲਾਣੀ ਕੰਪਨੀ 'ਚ ਫਲਾਣੀ ਅਹੁਦੇ ਦੇ ਉੱਤੇ ਆ, ਫਲਾਣੀ ਪੋਸਟ ਹੈ। ਅੱਛਾ, ਤੇਰੇ ਤੋਂ ਪਹਿਲਾਂ ਕੌਣ ਸੀ? ਮੇਰੇ ਤੋਂ ਪਹਿਲਾਂ ਫਲਾਣਾ ਸੀਗਾ, ਉਹਦੇ ਤੋਂ ਪਹਿਲਾਂ ਹੋਰ ਸੀਗਾ, ਅੱਜ ਮੈਂ ਉਸ ਪੋਸਟ ਤੇ ਆ, ਮੈਂ ਰਿਟਾਇਰ ਹੋ ਜਾਵਾਂਗਾ ਫਿਰ ਫਲਾਣਾ ਸਿਉਂ ਆ ਜਾਏਗਾ। ਇਹ ਸਾਰਾ ਕੁਝ ਜਦੋਂ ਅਸੀਂ ਸੰਸਾਰ ਤੇ ਵਹਿਣੇ ਆ ਤਾਂ ਪਾਤਸ਼ਾਹ ਕਹਿੰਦੇ ਹੰਕਾਰ ਕਾਹਦਾ, ਮੈਂ ਜਿਉਂਦੇ ਕਿਹਨਾਂ ਨੂੰ ਵੇਖਾਂ। ਤਾਂ ਸਾਹਿਬ ਕਹਿੰਦੇ ਤੂੰ ਜਿਸ ਮੌਤ ਨੂੰ ਮੌਤ ਸਮਝਦਾ ਉਹ ਕਹਾਣੀ ਹੋਰ ਹੈ, ਜਿਹਨੂੰ ਜੀਵਨ ਸਮਝਦਾ ਉਹ ਜੀਵਨ ਹੋਰ ਹੈ। ਸਾਹਿਬ ਕਹਿੰਦੇ ਮੈਂ ਕੀ ਦੇਖਦਾ ਰਹਿਣ ਨਾ ਪਾਵਹਿ, ਇਸ ਧਰਤੀ ਤੇ ਰਹੇ ਨਹੀਂ। ਕੌਣ ਕੌਣ? ਸੁਰ ਦੇਵਤੇ ਵੀ ਇਸ ਸੰਸਾਰ ਤੇ ਨਾ ਰਹੇ। ਇੱਥੇ ਰਿਸ਼ੀ ਮੁਨੀ ਪੈਗੰਬਰ ਆਏ, ਗੁਰ ਕਲਗੀਧਰ ਪਾਤਸ਼ਾਹ ਤੇ ਕਹਿੰਦੇ ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਇੱਕ ਵਾਰ ਨਹੀਂ ਇਸ ਧਰਤੀ ਤੇ ਰਾਮ ਜੀ ਦਾ ਅਵਤਾਰ ਹੋਇਆ, ਸ਼ਿਵ ਜੀ ਦਾ ਅਵਤਾਰ ਹੋਇਆ, ਸਭ ਕਹਿੰਦੇ ਅਨੇਕਾਂ ਵਾਰ ਹੋਇਆ ਹੈ। ਇੱਕ ਛੋਟੀ ਜੀ ਗਾਥਾ ਆਪ ਜੀ ਨੂੰ ਕਹਾਂ, ਜਦੋਂ ਸ਼੍ਰੀ ਰਾਮਚੰਦਰ ਜੀ ਨੇ ਲੰਕਾ ਦੇ ਉੱਤੇ ਜਾਣਾ ਸੀ, ਚੜ੍ਹਾਈ ਕਰਨੀ ਸੀ, ਫੌਜ ਨਾਲ ਹੈ, ਤੇ ਫੌਜਾਂ ਨੇ ਆਖਰ ਇਹ ਸੰਦੇਹ ਵਿਅਕਤ ਕੀਤਾ ਕਿ ਭਗਵਾਨ ਜੀ ਸਾਨੂੰ ਭੁੱਖ ਲੱਗੀ ਹੈ, ਅਸੀਂ ਅੱਗੇ ਜਾ ਕੇ ਲੜਨਾ ਹੈ, ਤੇ ਭੁੱਖਿਆਂ ਲੜਾਈਆਂ ਨਹੀਂ ਹੁੰਦੀਆਂ, ਸਾਡੀ ਰੋਜੀ ਰੋਟੀ ਦਾ ਪ੍ਰਬੰਧ ਕੀਤਾ ਜਾਏ, ਰਾਸ਼ਨ ਦਾ ਪ੍ਰਬੰਧ ਹੋਵੇ। ਤੇ ਜੋ ਗ੍ਰੰਥਾਂ 'ਚ ਉਹਨਾਂ ਦੇ ਜ਼ਿਕਰ ਆਉਂਦਾ ਹੈ, ਉਹਨਾਂ ਨੇ ਹਨੂਮਾਨ ਨੂੰ ਕਿਹਾ ਵੀ ਲੈ ਹਨੂਮਾਨ, ਇਹ ਅੰਗੂਠੀ ਲੈ ਸੋਨੇ ਦੀ, ਬੜੀ ਸੋਹਣੀ ਅੰਗੂਠੀ ਹੈ, ਫਲਾਣੇ ਫਲਾਣੇ ਪਹਾੜ ਤੇ ਚਲਾ ਜਾ, ਉੱਥੇ ਤੈਨੂੰ ਕੋਈ ਮਿਲੇਗਾ ਤੇ ਉਹਨੂੰ ਇਹ ਅੰਗੂਠੀ ਦਵੀਂ ਤੇ ਉਹ ਤੈਨੂੰ ਰਾਸ਼ਨ ਦੇਵੇਗਾ, ਤੇ ਉਹ ਰਾਸ਼ਨ ਲੈ ਆਵੀਂ ਤੇ ਫੌਜਾਂ ਰੋਟੀ ਖਾ ਲੈਣਗੀਆਂ ਪਕਾ ਕੇ। ਉਹ ਕਹਿੰਦਾ ਜੀ 7 ਵਚਨ, ਉਹਨੇ ਨਮਸਕਾਰ ਕੀਤੀ, ਉਹ ਉੱਡਿਆ, ਜੋ ਐਡਰੈਸ ਦਿੱਤਾ ਸੀਗਾ ਉਸ ਪਹਾੜ ਤੇ ਪਹੁੰਚਿਆ, ਪਹਾੜ ਦੇ ਵਿੱਚ ਗੁਫਾ ਵੇਖੀ, ਗੁਫਾ ਦੇ ਅੰਦਰ ਗਿਆ, ਕੀ ਦੇਖਦਾ ਇੱਕ ਬਜ਼ੁਰਗ ਮਾਈ ਜਿਹੜੀ ਉਹ ਚੱਕੀ ਚਲਾਉਂਦੀ ਪਈ ਹੈ। ਉਹਨੇ ਜਾ ਕੇ ਕਿਹਾ ਵੀ ਮੈਂ ਆਇਆ ਤੇ ਮੈਨੂੰ ਸ਼੍ਰੀ ਰਾਮ ਜੀ ਨੇ ਭੇਜਿਆ। ਉਹ ਕਹਿੰਦੀ ਬਹਿ ਜਾ, ਕੀ ਕੰਮ ਆਇਆ? ਆਹ ਅੰਗੂਠੀ ਦਿੱਤੀ ਹੈ ਜੀ ਉਹਨਾਂ ਨੇ। ਅੱਛਾ, ਕਾਹਦੇ ਵਾਸਤੇ ਦਿੱਤੀ ਹੈ? ਉਹਨਾਂ ਨੇ ਲੰਕਾ ਤੇ ਚੜ੍ਹਾਈ ਕਰਨੀ ਹੈ ਤੇ ਫੌਜਾਂ ਨਾਲ ਨੇ, ਫੌਜਾਂ ਲਈ ਰਾਸ਼ਨ ਚਾਹੀਦਾ। ਨਾਲੇ ਨਿਗਾਹ ਮਾਰਦਾ ਵੀ ਐਡੀ ਵੱਡੀ ਸਾਡੀ ਫੌਜ ਹੈ, ਜਿੰਨਾ ਰਾਸ਼ਨ ਚਾਹੀਦਾ ਹੈ ਉਹ ਤਾਂ ਸ਼ਾਇਦ ਕਈ ਗੱਡਿਆਂ ਦੇ ਉੱਤੇ ਲੱਦ ਕੇ ਲਿਜਾਣਾ ਪਏਗਾ, ਪਰ ਇਹਦੀ ਗੁਫਾਈ ਤਾਂ ਦਿਸਦਾ ਹੀ ਕੁਛ ਨਹੀਂ ਹੈ। ਖੈਰ, ਕਹਿੰਦਾ ਵੀ ਅੰਗੂਠੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਵੀ ਰਾਸ਼ਨ ਲੈ ਕੇ ਆ। ਉਹ ਬਜ਼ੁਰਗ ਮਾਈ ਕਹਿੰਦੀ ਲਿਆ ਫੜਾ ਅੰਗੂਠੀ। ਉਹਨੇ ਅੰਗੂਠੀ ਫੜੀ ਤੇ ਜ਼ੋਰ ਦੇ ਨਾਲ ਹੀ ਗੁਫਾ ਦੇ ਵਿੱਚ ਕੋਈ ਪਾਣੀ ਦਾ ਤਲਾਅ ਆਦਿਕ, ਖੂਹ ਆਦਿਕ ਬਣਿਆ ਸੀ, ਕੁਦਰਤੀ ਤੌਰ ਤੇ ਸੋਮਾ ਸੀ, ਉਹਨੇ ਉਹਦੇ ਵਿੱਚ ਸੁੱਟਤੀ। ਹਨੂਮਾਨ ਬੜਾ ਹੈਰਾਨ ਹੈ ਵੀ ਮੇਰੇ ਭਗਵਾਨ ਨੇ ਅੰਗੂਠੀ ਦਿੱਤੀ ਹੈ, ਮੈਂ ਤੈਨੂੰ ਹਿੱਕ ਨਾਲ ਲਾ ਕੇ ਰੱਖਾਂ, ਤੇ ਮਾਈ ਨੂੰ ਕਦਰ ਹੀ ਕੋਈ ਨਹੀਂ ਵੀ ਇਹਨੇ ਫੜੀ ਤੇ ਖੂਹ 'ਚ ਸੁੱਟ ਦਿੱਤੀ। ਚਲੋ ਕੋਈ ਗੱਲ ਨਹੀਂ, ਭਗਵਾਨ ਨੇ ਇਹ ਕਿਹਾ ਸੀ, ਰਾਮ ਜੀ ਨੇ ਇਹ ਕਿਹਾ ਸੀ ਵੀ ਉਹ ਜਿਹੜਾ ਮਿਲੇਗਾ ਉਹਨੂੰ ਅੰਗੂਠੀ ਦੇ ਆਵੀਂ ਤੂੰ। ਮੈਂ ਦੇ ਦਿੱਤੀ ਹੈ ਕਿ ਇਹ ਜਾਣੇ ਤੇ ਸ਼੍ਰੀ ਰਾਮ ਜੀ ਜਾਣਨ। ਤੇ ਉਹ ਕਹਿੰਦੀ ਵੀ ਜੇ ਤੇਰੇ ਮਨ 'ਚ ਕੋਈ ਸ਼ੰਕਾ ਹੈ ਤੇ ਤੂੰ ਆਪਣੀ ਅੰਗੂਠੀ ਜਿਹੜੀ ਹੈ ਨਾ, ਉਹ ਜਿੱਥੇ ਮੈਂ ਸੁੱਟੀ ਹੈ ਉੱਥੋਂ ਚੁੱਕ ਲਾ। ਤੇ ਕਹਿੰਦੇ ਵੀ ਜਦੋਂ ਹਨੂਮਾਨ ਜੀ ਅਗਾਂਹ ਹੋਏ ਅੰਗੂਠੀ ਚੁੱਕਣ ਵਾਸਤੇ, ਕੀ ਦੇਖਦੇ ਵੀ ਉੱਥੇ ਅੰਗੂਠੀਆਂ ਹੀ ਅੰਗੂਠੀਆਂ, ਤੇ ਹੈਰਾਨ ਹੋ ਕੇ ਮਾਈ ਨੂੰ ਪੁੱਛਦੇ ਨੇ ਵੀ ਇਹ ਸਾਰੀਆਂ ਇੱਕੋ ਜਿਹੀਆਂ ਹੀ ਨੇ। ਤੇ ਉਹ ਕਹਿੰਦੀ ਵੀ ਗੱਲ ਸੁਣ, ਸ਼ਾਇਦ ਤੈਨੂੰ ਪਤਾ ਹੋਵੇ ਕਿ ਨਾ, ਅਸਲ 'ਚ ਕੀ ਹੈ ਕਿ ਤੂੰ ਪਹਿਲੀ ਵਾਰ ਨਹੀਂ ਮੇਰੇ ਕੋਲ ਆਇਆ, ਤੂੰ ਹਜ਼ਾਰਾਂ ਲੱਖਾਂ ਵਾਰ ਮੇਰੇ ਕੋਲ ਆਇਆ ਰਾਸ਼ਨ ਲੈਣ ਵਾਸਤੇ, ਤੇ ਇਹ ਅੰਗੂਠੀ ਪਹਿਲੀ ਵਾਰ ਨਹੀਂ ਮੇਰੇ ਕੋਲ ਆਈ। ਪਤਾ ਹੀ ਨਹੀਂ ਮੇਰੇ ਇਸ ਚੱਕੀ ਨੂੰ ਪੀਂਦਿਆਂ ਪੀਂਦਿਆਂ ਅੱਜ ਤੱਕ ਕਿੰਨੀ ਵਾਰ ਰਾਮ ਜੀ ਨੇ ਲੰਕਾ ਤੇ ਚੜ੍ਹਾਈ ਕੀਤੀ ਹੈ, ਕਿੰਨੀ ਵਾਰ ਉਹਨਾਂ ਨੇ ਤੈਨੂੰ ਅੰਗੂਠੀ ਦਿੱਤੀ ਹੈ, ਤੇ ਕਿੰਨੀ ਵਾਰ ਤੂੰ ਅੰਗੂਠੀ ਲੈ ਕੇ ਮੇਰੇ ਕੋਲ ਆਇਆ, ਕੋਈ ਪਤਾ ਹੀ ਨਹੀਂ। ਇਹ ਹਰ ਵਾਰ ਤੂੰ ਅੰਗੂਠੀ ਲੈ ਕੇ ਆਉਣਾ ਤੇ ਹਰ ਵਾਰ ਮੈਂ ਖੂਹ 'ਚ ਸੁੱਟ ਦੇਣੀ ਆ। ਭਾਵ ਉਹ ਸਾਖੀਕਾਰਾਂ ਦਾ ਕਹਿਣ ਦਾ ਇਹ ਹੈ ਕਿ ਪਤਾ ਹੀ ਨਹੀਂ, ਜਿਹਨੂੰ ਗੁਰ ਕਲਗੀਧਰ ਪਾਤਸ਼ਾਹ ਕਹਿੰਦੇ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਸਾਹਿਬ ਕਹਿੰਦੇ ਇੱਥੇ ਦੇਵਤੇ ਵੀ ਨਾ ਰਹੇ, ਜਿੱਥੇ ਕ੍ਰਿਸ਼ਨ ਰਾਮਚੰਦਰ ਜੀ ਸੰਸਾਰ ਤੋਂ ਤੁਰ ਗਏ, ਰਾਮ ਗਇਓ ਰਾਵਣ ਗਇਓ, ਜਾਂ ਕਹੋ ਬਹੁ ਪਰਿਵਾਰ। ਫਿਰ ਸਾਹਿਬ ਕਹਿੰਦੇ ਨਰ, ਵੱਡੇ ਵੱਡੇ ਮਨੁੱਖ ਜਿਹੜੇ ਨੇ, ਜਿਹੜੇ ਕਹਿੰਦੇ ਸੀ ਅਸੀਂ ਸੰਸਾਰ ਤੋਂ ਜਾਣਾ ਹੀ ਨਹੀਂ ਹੈ, ਅਸੀਂ ਮਰਨਾ ਹੀ ਨਹੀਂ ਹੈ, ਬਹੁਤ ਲੰਮੀਆਂ ਉਮਰਾਂ ਭੋਗ ਕੇ ਇੱਥੇ ਹਰਨਾਕਸ਼ ਦੀ ਗੱਲ ਕਰ ਲਈਏ, ਮਨ ਅੰਦਰ ਹੀ ਭਰਮ ਪਾਲੀ ਬੈਠਾ ਨਾ ਵੀ ਦੁਨੀਆ ਮਰਦੀ ਪਈ ਹੈ, ਮੈਂ ਥੋੜ੍ਹੀ ਮਰਾਂਗਾ। ਇਹ ਕਈ ਵਾਰ ਬੰਦੇ ਦੇ ਅੰਦਰ ਭੁਲੇਖਾ ਪੈ ਜਾਂਦਾ ਹੈ ਵੀ ਜਿਹਨੂੰ ਅਸੀਂ ਮੋਢਿਆਂ 'ਤੇ ਚੱਕ ਕੇ ਸ਼ਮਸ਼ਾਨ ਘਾਟ ਨੂੰ ਲਈ ਜਾਂਦੇ ਹਾਂ, ਇਹ ਮਰ ਗਿਆ ਪਰ ਅਸੀਂ ਨਹੀਂ ਮਰਾਂਗੇ। ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹਾਂ ਨਾਲ ਨਾਲ, ਉਹਦਾ ਅਰਥ ਵੀ ਹੁੰਦਾ ਵੀ ਪਰਮੇਸ਼ਰ ਦਾ ਨਾਮ ਹੀ ਸਤ ਹੈ। ਤੇ ਹਿੰਦੂ ਧਰਮ 'ਚ ਜਦੋਂ ਮੁਰਦੇ ਨੂੰ ਲਿਜਾ ਰਹੇ ਨੇ ਤਾਂ ਕਹਿੰਦੇ ਵੀ ਰਾਮ ਨਾਮ ਸਤ ਹੈ, ਵੀ ਆ ਬਾਕੀ ਸਾਰਾ ਝੂਠ ਹੀ ਹੈ। ਜਿਸ ਝੂਠ ਨਾਲ ਤੂੰ ਸਾਰੀ ਜ਼ਿੰਦਗੀ ਜੁੜਿਆ ਰਿਹਾ ਭਲਿਆ, ਜਦੋਂ ਤੂੰ ਜਿਉਂਦਾ ਸੀ ਉਦੋਂ ਤੈਨੂੰ ਕਿਸੇ ਨੇ ਦੱਸਿਆ ਨਹੀਂ ਵੀ ਰਾਮ ਨਾਮ ਸਤ ਹੈ। ਚੱਲ ਤੂੰ ਮਰ ਗਿਆ, ਪਰ ਤੇਰੇ ਅੱਗੇ ਪਿੱਛੇ ਜਿਹੜੇ ਤੁਰਦੇ ਨੇ ਨਾ, ਅਸੀਂ ਇਹਨਾਂ ਨੂੰ ਹੋਕਾ ਦੇ ਕੇ ਕਹਿ ਰਹੇ ਹਾਂ ਵੀ ਭਲਿਓ, ਜਿਹਨੂੰ ਅੱਜ ਤੁਸੀਂ ਚੁੱਕ ਕੇ ਲੈ ਕੇ ਜਾ ਰਹੇ ਹੋ, ਕੱਲ੍ਹ ਨੂੰ ਤੁਹਾਨੂੰ ਵੀ ਕਿਸੇ ਨੇ ਚੁੱਕ ਕੇ ਲਿਜਾਣਾ ਹੈ।
ਇਸ ਤੋਂ ਪਹਿਲਾਂ ਉਹ ਜਿਹੜਾ ਸਤ ਸਰੂਪ ਪਰਮੇਸ਼ਰ ਹੈ, ਰਮਿਆ ਹੋਇਆ ਰਾਮ ਜਿਹੜਾ ਉਹਦੇ ਨਾਲ ਜੁੜ ਜਾਣਾ ਕਰ। ਤਾਂ ਸਹਿਬ ਪਾਤਸ਼ਾਹ ਕਹਿੰਦੇ ਨਰ, ਇਹ ਮਨੁੱਖ ਜਿਹੜੇ ਨੇ, ਕੋਈ ਵੀ ਪੁਰਾਣਾ ਧਾਰੀ ਹੈ, ਫਿਰ ਦੇਵਾ, ਇਹ ਜਿਹੜੀਆਂ ਸ਼ਕਤੀਆਂ, ਦੇਵੀ ਦੇਵਤੇ ਆਦਿ ਸਭ ਕਹਿੰਦੇ ਸਾਰੇ ਸੰਸਾਰ ਤੇ ਆਏ, ਪਰ ਕੋਈ ਵੀ ਸੰਸਾਰ ਦੇ ਉੱਤੇ ਥਿਰ ਸਦਾ ਵਾਸਤੇ ਜਿਹੜਾ ਨਹੀਂ ਰਹਿ ਸਕਿਆ। ਊਠ ਸਿਧਾਰੇ ਕਰ ਮਨ ਜਨ ਸੇਵਾ, ਸਭ ਕਹਿੰਦੇ ਊਠ ਸਿਧਾਰੇ, ਉੱਠ ਕੇ ਤੁਰ ਗਏ। ਜਿਵੇਂ ਆਪਾਂ ਬੈਠੇ ਬੈਠੇ ਉੱਠ ਕੇ ਤੁਰ ਪੈਂਦੇ ਆ ਨਾ, ਬੈਠਿਆਂ ਦਾ ਭਾਵ ਕੀ, ਸੰਸਾਰ ਦੇ ਉੱਤੇ ਜਦੋਂ ਆਪਾਂ ਆਈਏ, ਇੱਕ ਹੁੰਦਾ ਵੀ ਅਸੀਂ ਕੋਈ ਅੱਧਾ ਘੰਟਾ ਇੱਥੇ ਬਹਿਣਾ, ਤੇ ਬਹਿਣ ਦਾ ਭਾਵ ਜ਼ਰੂਰੀ ਨਹੀਂ ਵੀ ਅਸੀਂ ਚੌਂਕੜਾ ਮਾਰ ਲਿਆ ਤੇ ਅਸੀਂ ਬਹਿ ਗਏ। ਹੁਣ ਕਈ ਵਾਰ ਵੋਟਾਂ ਦੇ ਵਿੱਚ ਇੱਕ ਆਪਾਂ ਸ਼ਬਦ ਵਰਤਦੇ ਹੁੰਦੇ, ਫਲਾਣਾ ਸਿਓ ਬਹਿ ਗਿਆ, ਤੇ ਨਿੱਕੇ ਹੁੰਦੇ ਸੋਚਣਾ ਵੀ ਸ਼ਾਇਦ ਉਦੋਂ ਦਾ ਖੜਾ ਹੀ ਹੋਇਆ ਸੀ ਉਹ, ਜਦੋਂ ਸਾਨੂੰ ਨਹੀਂ ਸੀ ਪਤਾ ਹੁੰਦਾ, ਨਿਆਣੇ ਸੀਗੇ, ਤੇ ਕਿਤੇ ਫਲਾਣੇ ਕਹਿਣ ਵੀ ਮਹੱਲੇ 'ਚ ਫਲਾਣਾ MC ਖੜਾ ਹੋ ਗਿਆ, ਤੇ ਮੈਂ ਸੋਚਣਾ ਵੀ ਸ਼ਾਇਦ ਖੜਾ ਹੋ ਗਿਆ ਹੋਣਾ, ਕਿਤੇ ਬੈਠਾ ਸੀ। ਫਿਰ 4 ਕੁ ਦਿਨਾਂ ਨੂੰ ਸੁਣਨਾ ਵੀ ਫਲਾਣਾ ਸਿਓ ਬਹਿ ਗਿਆ, ਤੇ ਸੁਣਨਾ ਵੀ ਅੱਛਾ ਉਦੋਂ ਦਾ ਉਹ ਖੜਾ ਹੀ ਹੋਇਆ ਸੀ ਕਿਤੇ। ਫਿਰ ਪਤਾ ਲੱਗਾ ਵੀ ਇਹ ਉੱਠਣਾ ਬਹਿਣਾ ਸਰੀਰ ਦੀ ਕਿਰਿਆ ਨਹੀਂ ਆ, ਇਹ ਸਮਾਜਿਕ ਤੌਰ ਤੇ ਸ਼ਬਦ ਵਰਤਿਆ ਜਾਂਦਾ ਹੈ। ਤਾਂ ਇਸੇ ਤਰ੍ਹਾਂ ਆਪਾਂ ਸੰਸਾਰ ਦੇ ਵਿੱਚ ਕਹਿੰਦੇ ਨਾ ਫਲਾਣਾ ਸਿਓ ਉੱਠ ਗਿਆ, ਇਹਦਾ ਮਤਲਬ ਇਹ ਨਹੀਂ ਵੀ ਉਹ 40 ਸਾਲ ਬੈਠਾ ਹੀ ਰਿਹਾ ਚੌਂਕੜਾ ਮਾਰ ਕੇ, ਉੱਠ ਗਿਆ ਦਾ ਮਤਲਬ ਸੰਸਾਰ ਤੋਂ ਕੂਚ ਕਰ ਗਿਆ। ਤਾਂ ਸਭ ਕਹਿੰਦੇ ਊਠ ਸਿਧਾਰੇ, ਉੱਠ ਕੇ ਤੁਰ ਗਏ ਨੇ ਸੰਸਾਰ ਤੋਂ। ਮਹਾਰਾਜ ਕੌਣ ਕੌਣ? ਸਭ ਕਹਿੰਦੇ ਮੁਨੀ ਲੋਕ, ਜਿਹੜੇ ਵੱਡੇ ਵੱਡੇ ਰਿਸ਼ੀ ਮੁਨੀ ਪੈਗੰਬਰ, ਜਿਹੜੇ ਕਹਿੰਦੇ ਸੀ ਅਸੀਂ ਜਾਣਾ ਹੀ ਨਹੀਂ, ਜਿਨ੍ਹਾਂ ਨੇ ਉਮਰਾਂ ਵਧਾ ਲਈਆਂ, ਸਵਾਸ ਜਿਹੜੇ ਸੀ 10ਮ ਦਵਾਰ ਵਿੱਚ ਚੜਾ ਲਏ, ਜਿਨ੍ਹਾਂ ਨੂੰ ਲੱਗਦਾ ਸੀ ਬਸ ਸੰਸਾਰ ਜਾਏਗਾ, ਅਸੀਂ ਥੋੜ੍ਹੀ ਜਾਵਾਂਗੇ, ਉਹ ਵੱਡੇ ਵੱਡੇ ਸਿੱਧ ਲੋਕ ਮੁਨੀ ਲੋਕ ਵੀ ਸਭ ਕਹਿੰਦੇ ਤੁਰ ਗਏ। ਜਨ ਸੇਵਾ, ਉਹਨਾਂ ਦੀ ਸੇਵਾ ਕਰਨ ਵਾਲੇ ਵੀ, ਜਿਹੜੇ ਉਹਨਾਂ ਦੇ ਕੋਲ ਰਹਿੰਦੇ ਸੀ, ਜਿਹੜੇ ਕਹਿੰਦੇ ਸੀ ਸਾਡਾ ਰਿਸ਼ੀ ਵੀ ਜਿਹੜਾ ਇਹਨੇ ਵੀ ਸਵਾਸ ਚੜਾਏ, ਇਹ ਵੀ ਨਹੀਂ ਮਰੇਗਾ ਤੇ ਅਸੀਂ ਵੀ ਨਹੀਂ ਮਰਾਂਗੇ। ਤਾਂ ਸਭ ਕਹਿੰਦੇ ਸਾਰੇ ਹੀ ਸੰਸਾਰ ਤੋਂ ਵਾਰੀ ਵਾਰੀ ਤੁਰ ਗਏ ਹਨ। ਪਰ ਰਹਾਉ ਦੀ ਪੰਕਤੀ 'ਚ ਅੱਗੇ ਕਿਰਪਾ ਕਰਦੇ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਭ ਕਹਿੰਦੇ ਮੈਂ ਤਾਂ ਜਿਉਂਦੇ ਉਹ ਵੇਖੇ ਨੇ ਜਿਨ੍ਹਾਂ ਨੇ ਹਰੀ ਪਰਮੇਸ਼ਰ ਨੂੰ ਧਿਆਇਆ। ਤੇ ਮਹਾਰਾਜ ਕੀ ਅਸੀਂ ਸਾਰੇ ਮਰੇ ਹੀ ਪਏ ਆ? ਦੇਖੋ ਇਸ ਗੱਲ ਨੂੰ ਥੋੜ੍ਹਾ ਜਿਹਾ ਜੇ ਖੁੱਲ੍ਹੀਏ, ਸਭ ਬਾਣੀ 'ਚ ਇੱਕ ਬਚਨ ਕਹਿੰਦੇ ਨੇ, ਜਦੋਂ ਮਹਾਰਾਜ ਜੀ ਇੰਜ ਬੈਠੇ ਹੋਣ ਸਿੰਘਾਸਨ ਤੇ ਸਾਹਮਣੇ ਸੰਗਤ ਬੈਠੀ ਹੋਵੇ, ਤੇ ਪਾਤਸ਼ਾਹ ਕਹਿਣ ਜਾਗੋ ਜਾਗੋ ਸੂਤਿਓ ਚੱਲਿਆ ਵਣਜਾਰਾ। ਤੇ ਹੁਣ ਆਪਾਂ ਕਹੀਏ ਵੀ ਮਹਾਰਾਜ ਅਸੀਂ ਤਾਂ ਜਾਗਦੇ ਹੀ ਪਏ ਆ, ਤਾਂ ਹੀ ਚੌਂਕੜੇ ਮਾਰ ਕੇ ਬੈਠੇ, ਸੁੱਤੇ ਥੋੜ੍ਹੀ ਆ ਅਸੀਂ, ਪਰ ਤੁਸੀਂ ਸਾਨੂੰ ਜਾਗਦਿਆਂ ਨੂੰ ਹੀ ਕਹੀ ਜਾਂਦੇ ਹੋ ਵੀ ਜਾਗੋ ਜਾਗੋ। ਤਾਂ ਉੱਥੇ ਮਹਾਰਾਜ ਕਹਿੰਦੇ ਵੀ ਜਿਸ ਤਰ੍ਹਾਂ ਤੁਸੀਂ ਜਾਗਦੇ ਪਏ ਹੋ ਨਾ, ਵੀ ਠੀਕ ਹੈ ਤੁਸੀਂ ਇਸ਼ਨਾਨ ਕੀਤਾ, ਐ ਸੁਚੇਤ ਹੋ ਕੇ ਬੈਠੇ ਹੋ, ਇਹ ਜਾਗਣਾ ਨਹੀਂ ਹੈ। ਜਦੋਂ ਜਾਗਣ ਦੀ ਗੱਲ ਕਰੀਏ ਤਾਂ ਸਹਿਬ ਬਾਣੀ 'ਚ ਇੱਕ ਬਚਨ ਕਹਿੰਦੇ ਨੇ, ਨੇਤਰ ਸੋਏ ਪਰ ਦ੍ਰਿਸ਼ਟ ਵਿਕਾਰ। ਆਪਾਂ ਨੂੰ ਲੱਗਦਾ ਵੀ ਫਲਾਣੇ ਸਿਉਂ ਦੀਆਂ ਅੱਖਾਂ ਬੜੀਆਂ ਖੁੱਲੀਆਂ ਹੋਈਆਂ ਨੇ, ਇਹ ਤਾਂ ਝਪਕੀ ਵੀ ਨਹੀਂ ਲੈਂਦਾ ਪਿਆ, ਝਮਕਦਾ ਵੀ ਨਹੀਂ, ਥੋੜ੍ਹੀ ਸੁੱਤਾ ਪਿਆ। ਸਭ ਕਹਿੰਦੇ ਅੱਖਾਂ ਖੁੱਲੀਆਂ ਨੇ, ਲੋਕਾਂ ਨੂੰ ਵੇਂਦਾ ਪਿਆ, ਸਭ ਸੰਸਾਰ ਦੇ ਨਾਲ ਆਈ ਕੰਟੈਕਟ ਬਣਾ ਕੇ ਬੈਠਾ ਹੈ, ਪਰ ਫਿਰ ਵੀ ਸੁੱਤਾ ਪਿਆ। ਸਭ ਕਹਿੰਦੇ ਕੰਨਾਂ ਦੇ ਨਾਲ ਬੜੇ ਧਿਆਨ ਨਾਲ ਗੱਲ ਸੁਣਦਾ ਪਿਆ, ਭਾਵੇਂ ਕਥਾ ਸੁਣ ਰਿਹਾ, ਭਾਵੇਂ ਸਮਾਜਿਕ ਤੌਰ 'ਤੇ ਕੋਈ ਗੱਲ ਸੁਣ ਰਿਹਾ ਹੋਵੇ, ਪਰ ਸੁੱਤਾ ਪਿਆ। ਫਿਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਜਵਾਨ ਜਿਹੜੀ, ਆਪਾਂ ਕਹਾਂਗੇ ਚਲੋ ਅੱਖਾਂ ਸੌਂਦੀਆਂ ਤੇ ਵੇਖੀਆਂ ਵੀ ਫਲਾਣੇ ਨੇ ਅੱਖਾਂ ਬੰਦ ਕਰ ਲਈਆਂ ਵੀ ਸੌਂ ਗਿਆ, ਕਦੀ ਜਵਾਨ ਸੁੱਤੀ ਵੀ ਵੇਖੀ ਕਿਸੇ ਦੀ? ਪਰ ਮਹਾਰਾਜ ਕਹਿੰਦੇ ਨੇ ਸੌਂਦੀ ਹੈ। ਜਦੋਂ ਆਪਾਂ ਸਰੀਰ ਕਰਕੇ ਸੁੱਤੇ ਹੋਈ ਉਦੋਂ ਵੀ ਟਿਕੀ ਰਹਿੰਦੀ ਹੈ ਵੈਸੇ ਤਾਂ, ਪਰ ਇੱਥੇ ਮਹਾਰਾਜ ਜੀ ਜਿਹੜੀ ਗੱਲ ਕਰਨਗੇ, ਸਭ ਕਹਿੰਦੇ ਨੇਤਰ ਸੋਏ ਪਰ ਦ੍ਰਿਸ਼ਟ ਵਿਕਾਰ। ਅੱਖਾਂ ਜਿਹੜੀਆਂ ਅਸੀਂ ਪਰਾਏ ਸੰਸਾਰ ਦੇ ਤਨ ਨੂੰ ਵੇਖ ਕੇ, ਪਰਾਏ ਦ੍ਰਿਸ਼ਟ ਨੂੰ ਵੇਖ ਕੇ, ਦ੍ਰਿਸ਼ ਨੂੰ ਵੇਖ ਕੇ, ਇਹ ਦ੍ਰਿਸ਼ਟੀ ਜਿਹੜੀ ਸੀ ਵਿਕਾਰਾਂ ਵਿੱਚ ਪਈ, ਤੇ ਅੱਖਾਂ ਜਿਹੜੀਆਂ ਸੀ ਸੌਂ ਗਈਆਂ। ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਆਪਾਂ ਕਹਿ ਦਈਏ ਵੀ ਫਲਾਣੇ ਦੀ ਸੁਣਨ ਸ਼ਕਤੀ ਬਹੁਤ ਹੈ ਜੀ, ਪਰ ਸਭ ਕਹਿੰਦੇ ਨਹੀਂ, ਕੰਨ ਸੁੱਤੇ ਪਏ ਨੇ। ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਨਿੰਦਾ ਵਿਚਾਰ ਸੁਣ ਕੇ ਕੰਨ ਸੁੱਤੇ ਪਏ ਨੇ। ਰਸਨਾ ਸੋਈ ਲੋਭ ਮੀਠਾ ਸਾਧ। ਸਭ ਕਹਿੰਦੇ ਰਸਨਾ ਜਿਹੜੀ ਹੈ ਇਹ ਖਾਣ ਪੀਣ ਦਾ ਲਾਲਚ ਕਰਕੇ ਤੇ ਸਵਾਦਾਂ ਵਿੱਚ ਸੁੱਤੀ ਪਈ ਹੈ। ਤੇ ਸਭ ਪਾਤਸ਼ਾਹ ਕਹਿੰਦੇ ਰਸਨਾ ਸੋਈ ਲੋਭ ਮੀਠਾ ਸਾਧ, ਮਨ ਸੋਇਆ ਮਾਇਆ ਵਿਸਮਾਦ। ਆਪਾਂ ਕਹਿੰਦੇ ਫਲਾਣਾ ਤਾਂ ਮਨ ਕਰਕੇ ਬੜਾ ਸੁਚੇਤ ਰਹਿੰਦਾ, ਸਭ ਕਹਿੰਦੇ ਸਭ ਸੁੱਤੇ ਪਏ ਨੇ ਇੱਥੇ। ਮਨ ਜਿਹੜਾ ਉਹ ਮਾਇਆ ਦੇ ਰੰਗ ਦੇ ਵਿੱਚ, ਮਾਇਆ ਦੇ ਵਿਸਮਾਦ, ਅਚਰਜਤਾ ਵਿੱਚ, ਮਾਇਆ ਦੀਆਂ ਖੇਡਾਂ ਵਿੱਚ, ਮਾਇਆ ਦੇ ਹੈਰਾਨ ਕੁਨ ਕਰ ਦੇਣ ਵਾਲੇ ਕਾਰਨਾਮਿਆਂ ਦੇ ਵਿੱਚ ਸੁੱਤਾ ਪਿਆ। ਤੇ ਹਲੂਣਾ ਦੇ ਕੇ ਕਹਿੰਦੇ ਇਸ ਗ੍ਰਹਿ ਮਹਿ ਕੋਈ ਜਾਗਤ ਰਹਿ। ਸਭ ਕਹਿੰਦੇ ਸਾਡੇ ਘਰ 'ਚ ਕੋਈ ਜਾਗਦਾ ਵੀ ਬੈਠਾ ਹੋਇਆ, ਤੇ ਮਹਾਰਾਜ ਅਸੀਂ ਤਾਂ ਸਾਰੇ ਹੀ ਜਾਗਦੇ ਪਏ ਹਾਂ। ਸਭ ਕਹਿੰਦੇ ਨਹੀਂ, ਆ 4 ਚੀਜ਼ਾਂ ਨੂੰ ਜਦੋਂ ਅਸੀਂ ਦੇਖਦੇ ਹਾਂ, 4ਾਂ ਦੇ ਮੁਤਾਬਕ ਸਾਰੇ ਸੁੱਤੇ ਪਏ ਨੇ। ਇਸ ਗ੍ਰਹਿ ਮਹਿ ਕੋਈ ਜਾਗਤ ਰਹਿ, ਕੋਈ ਜਾਗਦਾ ਹੈ?
ਤਾਂ ਸਾਹਿਬ ਕਹਿੰਦੇ ਜਿਹੜਾ ਜਾਗ ਜਾਏਗਾ ਨਾ, ਸਾਬਤ ਵਸਤ ਉਹ ਆਪਣੀ ਲਹੈ, ਉਹ ਆਪਣੀ ਸਾਬਤ ਵਸਤ ਨੂੰ ਪ੍ਰਾਪਤ ਕਰ ਲਏਗਾ। ਸਵੈ ਸਰੂਪ ਦੀ ਪ੍ਰਾਪਤੀ ਹੋ ਜਾਏਗੀ। ਜਿਸ ਕਾਰਜ ਵਾਸਤੇ ਸੰਸਾਰ ਤੇ ਆਇਆ ਉਹਦੀ ਪ੍ਰਾਪਤੀ ਹੋ ਜਾਏਗੀ। ਉਸੇ ਆਧਾਰ ਤੇ ਮਹਾਰਾਜ ਕਹਿੰਦੇ ਜੀਵਤ ਪੇਖੇ, ਅਸੀਂ ਤਾਂ ਉਹਨਾਂ ਨੂੰ ਜਿਉਂਦੇ ਵੇਖਿਆ ਜਿਨ੍ਹਾਂ ਨੇ ਹਰੀ ਨੂੰ ਧਿਆਇਆ, ਤੇ ਜਿਹੜੇ ਧਿਆਉਂਦੇ ਨਹੀਂ ਉਹ ਜਿਉਂਦੇ ਤੇ ਮੁਰਦੇ ਇੱਕ ਸਮਾਨ ਨੇ। ਦੂਜਾ ਇੱਥੇ ਇਹ ਵੀ ਅਰਥ ਆਪਾਂ ਕਰ ਸਕਦੇ ਹਾਂ ਕਿ ਆਪਾਂ ਸੰਸਾਰ ਤੇ ਆਏ, ਆਪਾਂ ਸੰਸਾਰ ਤੋਂ ਤੁਰ ਗਏ। ਜਦੋਂ ਆਪਾਂ ਸੰਸਾਰ ਤੋਂ ਤੁਰੇ ਤੇ ਸਾਹਿਬ ਦੀ ਬਾਣੀ ਇੱਕ ਬਚਨ ਕਹਿੰਦੀ ਹੈ ਕਿ ਆਇਆ ਗਿਆ ਮੋਇਆ ਨਾਉ। ਜਦੋਂ ਅਸੀਂ ਸੰਸਾਰ ਤੇ ਆਏ, ਆ ਗਿਆ, ਆ ਕੇ ਚਲਾ ਗਿਆ। ਕਈ ਵਾਰ ਆਪਾਂ ਪੰਗਤ ਵਿੱਚ ਬੈਠੇ ਹੋਈਏ ਤੇ ਉਹ ਪੁੱਛ ਲੈਣ ਵੀ ਸਬਜ਼ੀ ਲੈਣੀ, ਤੇ ਆਪਾਂ ਕਹਿੰਦੇ ਵੀ ਆ ਗਈ, ਵੀ ਮਤਲਬ ਆਈ ਸੀ ਤੇ ਨਾਲ ਹੀ ਗਈ। ਉਹ ਵਰਤਾਵਾ ਇਧਰੋਂ ਦੀ ਆਇਆ ਤੇ ਇਧਰ ਨੂੰ ਚਲਾ ਗਿਆ। ਆ ਗਈ ਦਾ ਮਤਲਬ ਹੁੰਦਾ ਚੀਜ਼ ਆਈ ਸੀ ਤੇ ਗਈ ਨਾਲ ਦੀ ਨਾਲ, ਅੱਖਾਂ ਕੋਲ ਨਿਕਲ ਗਈ। ਸਭ ਕਹਿੰਦੇ ਆਇਆ ਗਿਆ, ਬਸ ਆਇਆ ਸੀ ਤੁਰ ਗਿਆ ਸੰਸਾਰ ਤੋਂ। ਪਰ ਇਹਦੇ ਜਾਣ ਤੋਂ ਬਾਅਦ ਸਾਲ 2 ਸਾਲ ਘਰਦਿਆਂ ਨੇ ਵਰਸੀ ਮਨਾਈ, ਕੋਈ 2-4 ਸਾਲ ਘਰੇ ਫੋਟੋ ਕੰਧ ਤੇ ਲਾ ਕੇ ਰੱਖੀ, ਮੋਇਆ ਨਾਉ, ਇਹਦਾ ਨਾਂ ਵੀ ਮਰ ਗਿਆ। ਸਾਨੂੰ ਨਹੀਂ ਪਤਾ ਸਾਡੇ ਪੜਦਾਦਿਆਂ ਦਾ ਕੀ ਨਾਂ ਹੋਏਗਾ, ਕਿ ਉਹਨਾਂ ਦੇ ਪੜਦਾਦਿਆਂ ਦਾ ਕੀ ਨਾਂ ਹੋਏਗਾ, ਤੇਰਾ ਨਾਂ ਵੀ ਮਰ ਗਿਆ ਸੰਸਾਰ ਤੋਂ। ਪਰ ਸਾਹਿਬ ਕਹਿੰਦੇ ਮੈਂ ਜੀਵਤ ਪੇਖੇ, ਮੈਂ ਉਹਨਾਂ ਨੂੰ ਅੱਜ ਵੀ ਜਿਉਂਦੇ ਵੇਖਿਆ। ਭਾਵੇਂ ਕੋਈ ਭਗਤ 12ਵੀਂ ਸਦੀ 'ਚ ਹੈ, ਭਾਵੇਂ ਕੋਈ 13ਵੀਂ ਸਦੀ 'ਚ ਹੈ, ਭਾਵੇਂ ਕੋਈ 10ਵੀਂ ਸਦੀ 'ਚ ਹੈ, ਤੇ ਭਾਵੇਂ ਕੋਈ 15ਵੀਂ ਸਦੀ 'ਚ ਹੈ, ਅੱਜ ਵੀ ਉਹ ਜਿਉਂਦਾ ਹੈ। ਭਗਤ ਕਬੀਰ ਸਾਹਿਬ ਜੀ ਦੀ ਖੱਡੀ ਦੇ ਆਪਾਂ ਦਰਸ਼ਨ ਕਰਦੇ ਹਾਂ ਜਦੋਂ, ਤਕਰੀਬਨ ਜੇ ਆਪ ਜੀ ਨੇ ਨਾ ਕੀਤੇ ਹੋਣ ਤੇ 8:45 ਵਜੇ ਤਖਤ ਸਾਹਿਬ ਜੀ ਤੇ ਰੋਜ਼ਾਨਾ ਮਹਾਰਾਜ ਦੇ ਸ਼ਸਤਰਾਂ ਦੇ ਦਰਸ਼ਨ ਹੁੰਦੇ ਨੇ। ਉੱਥੇ ਭਗਤ ਕਬੀਰ ਜੀ ਦੀ ਖੱਡੀ ਦੇ ਜਦੋਂ ਦਰਸ਼ਨ ਕਰਾਏ ਜਾਂਦੇ, ਇਹ ਮਹਿਸੂਸ ਹੁੰਦਾ ਕਿ ਭਗਤ ਕਬੀਰ ਜੀ ਅੱਜ ਵੀ ਮਹਾਰਾਜ ਦੇ ਦਰਵਾਜ਼ੇ ਦੇ ਅੱਗੇ ਸਾਖਸ਼ਾਤ ਖੜੇ ਹੋਏ ਨੇ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਨੂੰ ਜਿਉਂਦੇ ਵੇਖ ਲਿਆ ਜਿਨ੍ਹਾਂ ਨੇ ਹਰੀ ਪਰਮੇਸ਼ਰ ਨੂੰ ਧਿਆਇਆ, ਤੇ ਜਿਨ੍ਹਾਂ ਨਹੀਂ ਧਿਆਇਆ ਉਹ ਸਰੀਰ 'ਚ ਰਹਿੰਦਿਆਂ ਹੋਇਆਂ ਵੀ ਮਰੇ ਸੀ। ਤੇ ਜਿਸ ਦਿਨ ਉਹਨਾਂ ਨੇ ਇਹ ਕਾਇਆ ਜਿਹੜੀ ਸੀ ਛੱਡ ਦਿੱਤੀ, ਤਿਆਗ ਦਿੱਤੀ, ਉਸ ਤੋਂ ਬਾਅਦ ਉਹਨਾਂ ਦਾ ਨਾਂ ਵੀ ਸੰਸਾਰ ਤੋਂ ਮਰ ਗਿਆ। ਤੇ ਮਹਾਰਾਜ ਇਹ ਅਵਸਥਾ ਫਿਰ ਕਿਵੇਂ ਮਿਲੇ? ਤਾਂ ਸਾਹਿਬ ਕਹਿੰਦੇ ਸਾਧ ਸੰਗ ਤਿੰਨੀ ਦਰਸ਼ਨ ਪਾਇਆ। ਉਹ ਐਵੇਂ ਨਹੀਂ ਜਿਉਂਦੇ, ਉਹ ਰੋਜ਼ ਸਤ ਸੰਗਤ ਵਿੱਚ ਆਉਂਦੇ ਸੀ। ਉਹ ਸਾਧ ਸੰਗਤ ਵਿੱਚ, ਸਤਿਪੁਰਖਾਂ ਦੀ ਸੰਗਤ ਵਿੱਚ ਬਹਿੰਦੇ ਸੀ, ਤੇ ਬਹਿ ਕੇ ਉਹਨਾਂ ਨੇ ਸਿਮਰਨ ਕੀਤਾ, ਉਹਨਾਂ ਭਜਨ ਬੰਦਗੀ ਕੀਤੀ। ਇੱਕ ਸਾਧ ਸੰਗਤ ਨੇ ਦਰਸ਼ਨ ਪਾਇਆ, ਉਹਨਾਂ ਨੇ ਇਸ ਸਤ ਸੰਗਤ ਦਾ ਦਰਸ਼ਨ ਕੀਤਾ। ਫਿਰ ਸਤਿਪੁਰਖਾਂ ਦਾ ਜ਼ਿੰਦਗੀ 'ਚ ਦਰਸ਼ਨ ਕੀਤਾ, ਉਹਨਾਂ ਦੀ ਸੰਗਤ ਮਾਣੀ। ਫਿਰ ਸਾਧ ਸੰਗਤ ਵਿੱਚ ਬਹਿ ਕੇ ਅਭਿਆਸ ਕਰ ਕਰਕੇ, ਸੁਰਤੀ ਦੇ ਮਾਰਗ 'ਤੇ ਚੱਲ ਕੇ, ਆਪਣੇ ਜੀਵਨ ਦੇ ਅੰਦਰ ਭਜਨ ਬੰਦਗੀ ਕਰਕੇ ਦਰਸ਼ਨ ਪਾਇਆ। ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦਾ ਆਪਣੇ ਸਵੈ ਸਰੂਪ ਦੇ ਵਿੱਚੋਂ ਦਰਸ਼ਨ ਕਰ ਲਿਆ। ਫਿਰ ਉਹਨਾਂ ਨੇ ਸਾਰੇ ਸੰਸਾਰ ਦੇ ਅੰਦਰ ਇਹ ਦਰਸ਼ਨ ਕੀਤਾ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਨਾਂ ਸਾਧ ਸੰਗਤ ਦੇ ਵਿੱਚ ਸਾਰਿਆਂ ਦੇ ਅੰਦਰ ਪਰਮੇਸ਼ਰ ਦਾ ਦੀਦਾਰ ਕੀਤਾ ਹੈ। ਰਹਾਓ ਠਹਿਰਾਓ ਦੇ ਕੇ ਸਾਹਿਬ ਕਿਰਪਾ ਕਰਦੇ ਭਲਿਆ ਪੁਰਖਾ। ਥੋੜ੍ਹਾ ਜਿਹਾ ਆਪਣੇ ਆਪ ਨੂੰ ਸੋਚ। ਇੱਥੇ ਜੇ ਤੂੰ ਕਵੇਂ ਮੇਰੇ ਕੋਲ ਪੈਸਾ ਹੈ, ਤਾਂ ਸਾਹਿਬ ਕਹਿੰਦੇ ਬਾਦਸ਼ਾਹ ਸ਼ਾਹ ਵਪਾਰੀ ਮਰਨਾ। ਜੇ ਤੂੰ ਕਵੇਂ ਵੀ ਮੈਂ ਬਹੁਤ ਵੱਡਾ ਬਾਦਸ਼ਾਹ ਹਾਂ, ਮੈਂ ਬਹੁਤ ਸੰਸਾਰ ਦੇ ਉੱਤੇ ਮੇਰਾ ਹੁਕਮ ਚੱਲਦਾ ਹੈ, ਕਈ ਲੋਕਾਂ 'ਤੇ ਹੁਕਮ ਚੱਲਦਾ ਹੈ, ਤਾਂ ਸਾਹਿਬ ਕਹਿੰਦੇ ਇੱਥੇ ਵੱਡੇ ਵੱਡੇ ਬਾਦਸ਼ਾਹ ਵੀ ਮਰ ਗਏ। ਸਿਕੰਦਰ ਬਾਦਸ਼ਾਹ ਦੁਨੀਆ ਜਿੱਤਣ ਵਾਸਤੇ ਤੁਰਿਆ ਸੀ, ਮਰ ਗਿਆ। ਇੱਥੇ ਕਾਰੂ ਵਰਗੇ ਬਾਦਸ਼ਾਹ ਮਰ ਗਏ, ਇੱਥੇ ਔਰੰਗੇ ਵਰਗੇ ਵੱਡੇ ਵੱਡੇ ਬਾਦਸ਼ਾਹ ਮਰ ਗਏ। ਤਾਂ ਫਿਰ ਸਾਹਿਬ ਕਹਿੰਦੇ ਸ਼ਾਹ, ਜਿਹੜੇ ਸ਼ਾਹੂਕਾਰ, ਜੇ ਕੋਈ ਕਵੇ ਵੀ ਮੈਂ ਪੈਸੇ ਦੇ ਆਸਰੇ ਤੇ ਜਿੰਦਾ ਰਹਿ ਜਾਵਾਂਗਾ, ਇਹਨਾਂ ਦਾ ਨਾਮ ਲੈਣ ਦਾ ਕਾਰਨ ਕੀ? ਬਾਦਸ਼ਾਹ ਕੋਲ ਪੈਸਾ ਹੈ, ਸ਼ਾਹੂਕਾਰ ਕੋਲ ਪੈਸਾ ਹੈ, ਵਪਾਰੀ ਦੇ ਕੋਲ ਪੈਸਾ ਹੈ। ਸਾਹਿਬ ਕਹਿੰਦੇ ਜੇ ਬਾਦਸ਼ਾਹ ਸੋਚੇ ਪੈਸੇ ਦੇ ਨਾਲ ਜ਼ਿੰਦਗੀ ਮਿਲ ਜਾਏਗੀ, ਤਾਂ ਸਿਕੰਦਰ ਹੱਥ 'ਚ ਮੋਹਰਾਂ ਫੜ ਕੇ ਕਹਿੰਦਾ ਸੀ ਕਿ ਮੈਂ ਤੇਰੀ ਖਾਤਰ ਲੋਕਾਂ ਨੂੰ ਮਾਰਿਆ, ਕਈਆਂ ਦੇ ਭਰਾ ਮਾਰੇ, ਕਈਆਂ ਦੇ ਪਤੀ ਮਾਰੇ, ਕਈਆਂ ਦੇ ਪੁੱਤਰ ਮਾਰੇ, ਤੂੰ ਤਾਂ ਮੇਰਾ ਸਾਥ ਦੇ। ਤੇ ਕਹਿੰਦੇ ਉਹ ਮਾਇਆ ਵੀ ਅਖੀਰ ਵੇਲੇ ਹੱਥਾਂ 'ਚੋਂ ਛੁੱਟ ਗਈਆਂ ਸੀ, ਸੋਨੇ ਦੀਆਂ ਮੋਹਰਾਂ, ਕਿ ਸਿਕੰਦਰ ਅਸੀਂ ਤੇਰਾ ਸਾਥ ਨਹੀਂ ਹੋ ਦੇ ਸਕਦੀਆਂ। ਕਿਉਂਕਿ ਦੇਖੋ ਭਗਤ ਜੀ ਬਾਣੀ ਅੰਦਰ ਇੱਕ ਵਚਨ ਕਹਿੰਦੇ ਨੇ, ਇਸ ਮਾਇਆ ਦਾ ਤਾਂ ਇੱਕ ਸੁਭਾਅ ਹੈ, ਖਸਮ ਮਰੈ ਤਾਂ ਨਾਰ ਨਾ ਰੋਵੈ। ਜਦੋਂ ਖਸਮ ਮਰਦਾ, ਭਾਵ ਆਪਾਂ ਜਿਹੜੇ ਸੰਸਾਰੀ ਜੀਵ ਮਰਦੇ ਆ, ਤੇ ਆਪਾਂ ਸੋਈਏ ਵੀ ਸਾਡੇ ਮਰਨ ਦੇ ਨਾਲ ਜਿੱਥੇ ਲੋਕ ਰੋਂਦੇ ਪਏ ਧਾਹਾਂ ਮਾਰ ਕੇ, ਸ਼ਾਇਦ ਸਾਡੇ ਬੈਂਕ 'ਚ ਪਏ ਹੋਏ ਪੈਸੇ ਵੀ ਰੋਂਦੇ ਪਏ ਹੋਣੇ, ਸ਼ਾਇਦ ਸਾਡੀ ਜੇਬ 'ਚ ਪਏ ਪੈਸੇ, ਘਰ 'ਚ ਪਏ ਨੋਟ ਰੋਣਗੇ। ਤਾਂ ਸਾਹਿਬ ਜੀ ਕਹਿੰਦੇ ਨੇ ਖਸਮ ਮਰੈ ਤਾਂ ਨਾਰ ਨਾ ਰੋਵੈ, ਕਾਰਨ ਕਿ ਉਸ ਰਖਵਾਰਾ ਔਰੋ ਹੋਵੈ। ਹੋ ਸਕਦਾ ਤੇਰੀ ਅਰਥੀ ਨੂੰ ਲੋਕ ਬਾਅਦ 'ਚ ਚੁੱਕਣਗੇ, ਪਰ ਤੇਰੇ ਹੱਥਾਂ 'ਚੋਂ ਸੋਨੇ ਦੇ ਕੜੇ ਲੋਕੀ ਪਹਿਲਾਂ ਲਾਉਣਗੇ।
ਇਸ਼ਨਾਨ ਕਰਾਉਂਦੇ ਹੀ ਤੇਰੀਆਂ ਵਾਲੀਆਂ ਲਵੇਟ ਲੈਣੀਆਂ ਉਹਨਾਂ ਨੇ, ਹੋ ਸਕਦਾ ਤੇਰੀ ਅਰਥੀ ਨੂੰ ਬਾਅਦ ਵਿੱਚ ਚੁੱਕਣ। ਇਹਦੇ ਰਖਵਾਲੇ ਪਹਿਲਾਂ ਆ ਜਾਣਗੇ, ਤੇਰਾ ਦਾਅਵੇਦਾਰ ਬਾਅਦ ਚ ਆਏਗਾ ਕੋਈ। ਤੇ ਇੱਥੇ ਸਾਹਿਬ ਇਹ ਕਹਿੰਦੇ ਨੇ ਵਪਾਰੀ ਬੰਦੇ ਕੋਲ ਪੈਸਾ ਹੈ, ਜੇ ਉਹ ਸੋਚੇ ਮੈਂ ਪੈਸੇ ਦੇ ਆਧਾਰ ਤੇ ਜੀਵਨ ਲੈ ਲਾਂ, ਤੇ ਜਿਸ ਬੰਦੇ ਨੂੰ ਪੈਸੇ ਦਾ ਬਹੁਤਾ ਹੰਕਾਰ ਹੋਵੇ ਨਾ, ਤੇ ਮੈਂ ਇੱਕ ਛੋਟਾ ਜਿਹਾ ਸ਼ਬਦ ਕਹਿਣਾ ਹੁੰਦਾ ਵੀ ਕਦੀ ਹਸਪੀਟਲ ਦਿਨ 'ਚ ਇੱਕ ਅੱਧੀ ਵਾਰ ਗੇੜਾ ਮਾਰ ਲਿਆ ਕਰ, ਭਾਵੇਂ ਤੂੰ ਚੰਗਾ ਭਲਾ ਹੀ ਹੈ, ਪਰ ਜਿਹੜਾ ਸ਼ਹਿਰ ਦਾ ਨਾਮੀ ਹਸਪੀਟਲ ਹੋਵੇ ਨਾ, ਜਦੋਂ ਤੇਰੀ ਮਾਇਆ ਅੰਦਰ ਤੈਨੂੰ ਕੋਈ ਹਲੂਣਾ ਜਿਹਾ ਦਵੇ ਵੀ ਮੇਰੇ ਵਰਗਾ ਹੈ ਹੀ ਕੋਈ ਨਹੀਂ, ਪੈਸਾ ਹੀ ਬੜਾ ਆਪਣੇ ਕੋਲ, ਤੇ ਲੰਘਦਾ ਟੱਪਦਾ ਹਸਪੀਟਲ ਚਲਾ ਜਾਇਆ ਕਰ। ਤੇ ਉੱਥੇ ਜਿਹੜਾ ਕੋਈ ਉੱਥੇ ਰੂਮ ਹੁੰਦਾ ਨਾ, ਜਿੱਥੇ ਆਪਾਂ ਬਿਲਕੁਲ ਸੀਰੀਅਸ ਪੇਸ਼ੈਂਟ ਰੱਖੇ ਹੁੰਦੇ ਨੇ, ਉਹਦੇ ਵਿੱਚ ਜਾ ਕੇ ਤੂੰ ਥੋੜ੍ਹੀ ਜਿਹੀ ਨਿਗਾਹ ਮਾਰ, ਜਿਹੜੇ ਵੈਂਟੀਲੇਟਰ 'ਤੇ ਪਏ ਮਸ਼ੀਨ ਨਾਲ ਸਾਹ ਲੈਂਦੇ, ਤੇ ਉਹਨਾਂ ਨੂੰ ਪੁੱਛੀ ਵੀ ਇਹ ਕੌਣ ਕੌਣ ਨੇ, ਤੇ ਤੈਨੂੰ ਉੱਥੇ ਜਿਹੜਾ ਸਟਾਫ ਹੋਏਗਾ ਉਹ ਦੱਸੇਗਾ ਵੀ ਆਹ ਫਲਾਣਾ ਸਿਉਂ ਹੈ, ਇਹ ਬੜਾ ਪੈਸੇ ਵਾਲਾ ਬੰਦਾ, ਤਾਂ ਹੀ ਵੈਂਟੀਲੇਟਰ 'ਤੇ ਪਿਆ, ਨਹੀਂ ਤਾਂ ਹੁਣ ਜਨਰਲ ਵਾਰਡ 'ਚ ਪਿਆ ਹੋਣਾ ਸੀ ਇਹਨੇ। ਆਹ ਫਲਾਣਾ ਸਿਉਂ ਹੈ, ਇਹ ਸ਼ਹਿਰ ਦਾ ਮੰਤਰੀ ਹੈ, ਆਹ ਸ਼ਹਿਰ ਦਾ ਵਪਾਰੀ ਹੈ, ਸ਼ਹਿਰ ਦਾ ਧਨਾਢ ਪੁਰਖ ਹੈ, ਆਹ ਫਲਾਣਾ ਸਿਉਂ ਫਲਾਣਾ ਸਿਉਂ। ਸਾਰਿਆਂ ਵੱਲ ਨਿਗਾਹ ਮਾਰੀ, ਮਸ਼ੀਨਾਂ ਨਾਲ ਸਾਹ ਲੈਂਦੇ ਪਏ ਹੋਣੇ, ਤੇ ਤੇਰੇ ਵੇਂਦਿਆਂ ਵੇਂਦੇ ਹੋ ਸਕਦਾ ਇੱਕ ਅੱਧਾ ਚੜ੍ਹਾਈ ਵੀ ਕਰ ਜੇ। ਭਾਵ ਇਹ ਹੈ, ਪੈਸੇ ਨਾਲ ਤੂੰ ਸਾਹ ਨਹੀਂ ਖਰੀਦ ਸਕਦਾ, ਜ਼ਿੰਦਗੀ ਨਹੀਂ ਖਰੀਦ ਸਕਦਾ। ਜਿੰਨੇ ਕੁ ਹੈ ਨਹਿ ਵੱਢਣ ਘਟਣ ਤਿਲ ਸਾਰ, ਨਾ ਇਹਨਾਂ ਨੂੰ ਤੂੰ ਪੈਸੇ ਨਾਲ ਵਧਾ ਸਕਦਾ ਨਾ ਘਟਾ ਸਕਦਾ। ਤਾਂ ਸਾਹਿਬ ਕਹਿੰਦੇ ਮਰਨਾ, ਆਖਰ ਇਹਨਾਂ ਨੇ ਵੀ ਮਰਨਾ। ਜੋ ਦਿਸੈ ਸੋ ਕਾਲਹਿ ਖਰਨਾ, ਜੋ ਦਿਸਦਾ ਪਿਆ, ਕੱਲੀ ਮਨੁੱਖਾਂ ਦੀ ਗੱਲ ਨਹੀਂ। ਹੜ੍ਹ ਆਉਂਦੇ ਨੇ ਤੇ ਘਰਾਂ ਨੂੰ ਵੀ ਰੋੜ ਕੇ ਲੈ ਜਾਂਦੇ ਨੇ, ਰੁੱਖਾਂ ਨੂੰ ਰੋੜ ਕੇ ਲੈ ਜਾਂਦੇ ਨੇ, ਪਹਾੜਾਂ ਦੀਆਂ ਚਟਾਨਾਂ ਕਈ ਵਾਰ ਆਪਣੇ ਆਪ ਡਿੱਗਦੀਆਂ ਨੇ, ਵੱਡੇ ਵੱਡੇ ਪਹਾੜ ਡਿੱਗਦੇ ਨੇ, ਘਰਾਂ ਦੇ ਘਰ ਦੱਬ ਦਿੰਦੇ ਨੇ, ਮਲਬਾ ਬਣਦੇ ਨੇ। ਉਹ ਨਦੀਆਂ ਵਿੱਚ ਪਹਾੜ ਡਿੱਗਦਾ, ਨਦੀ ਵਿੱਚ ਹੜ੍ਹ ਆਉਂਦਾ ਤੇ ਪਹਾੜ ਦੀ ਮਿੱਟੀ ਨੂੰ ਰੋੜ ਕੇ ਲੈ ਜਾਂਦਾ। ਸੋ ਜੋ ਦਿਸਦਾ, ਮਹਾਰਾਜ ਕਹਿੰਦੇ ਕਾਲ ਹੈ ਖਰਨਾ, ਸਮੇਂ ਦੇ ਨਾਲ ਕਾਲ ਨੇ ਸਾਰਿਆਂ ਨੂੰ ਖਰ ਦੇਣਾ, ਸਾਰਿਆਂ ਨੂੰ ਨਾਸ਼ ਕਰ ਦੇਣਾ। ਜਿਹਨੂੰ ਪਾਤਸ਼ਾਹ ਜੀ ਇੰਜ ਕਹਿੰਦੇ ਨੇ ਕਿ ਆਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਇੱਕ ਦਿਨ ਕਾਲ ਦੇ ਅਧੀਨ ਆ ਜਾਏਗੀ, ਜਿਹਨੂੰ ਆਪਾਂ ਆਮ ਸੰਸਾਰ ਤੇ ਕਹਿੰਦੇ ਨੇ ਮਹਾਪਰਲੋ ਆਏਗੀ ਇੱਕ ਦਿਨ। ਤਾਂ ਸਾਹਿਬ ਕਹਿੰਦੇ ਜੋ ਦਿਸਦਾ ਇਹਨੂੰ ਕਾਲ ਨੇ ਆਪਣੀ ਲਪੇਟ ਵਿੱਚ ਲੈ ਲੈਣਾ, ਪਰ ਤੂੰ ਕੀ ਕਰ। ਜਾਂ ਤੇਰੇ ਵੱਲ ਦੇਖ ਕੇ ਸਾਹਿਬ ਕਹਿੰਦੇ ਸਾਨੂੰ ਤਰਸ ਆਉਂਦਾ ਪਿਆ, ਉਹ ਕੀ ਹੈ, ਕੂੜਾ ਮੋਹ ਲਪਟ ਲਪਟਾਨਾ। ਭਲਿਆ ਤੂੰ ਕੂੜੇ ਝੂਠੇ ਮੋਹ ਦੇ ਵਿੱਚ ਲਪਟਿਆ ਆ, ਤੇ ਲਪਟਾਨਾ ਆਪਣੇ ਆਪ ਨੂੰ ਵੀ ਲਪਟਾ ਕੇ ਰੱਖਿਆ ਤੇ ਗਾਂ ਦੂਜਿਆਂ ਨੂੰ ਵੀ। ਜਿਵੇਂ ਹੁਣ ਆਪ ਤੇ ਆਪਾਂ ਸਾਰੀ ਜ਼ਿੰਦਗੀ ਮੋਹ 'ਚ ਰਹੇ, ਤੇ ਆਪਾਂ ਬੱਚਿਆਂ ਨੂੰ ਵੀ ਕਹਿੰਦੇ ਹੁੰਦੇ ਆ ਵੀ ਤੁਸੀਂ ਵੀ ਆਹ ਚੀਜ਼ਾਂ ਨਾਲ ਪ੍ਰੇਮ ਕਰੋ। ਅਸੀਂ ਸਾਰੀ ਜ਼ਿੰਦਗੀ ਜ਼ਮੀਨ ਦੇ ਟੁਕੜੇ ਨਾਲ ਪ੍ਰੇਮ ਕੀਤਾ, ਤੇ ਤੁਸੀਂ ਵੀ ਇਸ ਟੁਕੜੇ ਦੇ ਨਾਲ ਪ੍ਰੇਮ ਰੱਖਿਓ। ਠੀਕ ਹੈ, ਜਾਇਦਾਦ ਨੂੰ ਸੰਭਾਲਣਾ ਮੈਂ ਉਹਦੇ ਵਿਰੋਧ ਵਿੱਚ ਨਹੀਂ ਹਾਂ, ਪਰ ਜੇ ਅਸੀਂ ਕਹੀਏ ਵੀ ਇਸ ਟੁਕੜੇ ਦੀ ਖਾਤਰ ਜਾਣ, ਆ ਥੋੜ੍ਹੇ ਦਿਨ ਪਹਿਲਾਂ ਦੀ ਖਬਰ ਹੈ, ਤੁਸੀਂ ਵੇਖੀ ਹੋਏਗੀ, ਸਿਰਫ ਮੈਨੂੰ ਲੱਗਦਾ ਵੀ 2.5-3 ਮਰਲੇ ਦੀ ਕਿਤੇ ਜਗ੍ਹਾ ਸੀਗੀ ਫਿਰੋਜ਼ਪੁਰ ਇਲਾਕੇ 'ਚ, ਇੰਨੇ ਕੁ ਦੇ ਆਸ-ਪਾਸ, ਕੋਈ ਕਨਾਲ 2 ਕਨਾਲ ਹੋਏਗੀ ਮਸਾਂ, ਉਹਦੇ ਪਿੱਛੇ ਇੱਕ ਦੂਜੇ ਤੇ ਗੋਲੀ ਚਲਾਈ, ਤੇ 3 ਜਣਿਆਂ ਨੇ ਭਰਾਵਾਂ ਦੀ ਤੇ ਆਪਣੇ ਚਾਚਿਆਂ ਤਾਇਆਂ ਦੀ ਜਾਨ ਲੈ ਲਈ ਸਿਰਫ। ਤੇ ਜਦੋਂ ਉਹਦਾ ਮੁੱਲ ਪੁੱਛਿਆ, ਕਹਿੰਦੇ ਕੋਈ ਬਹੁਤਾ ਮੁੱਲ ਨਹੀਂ ਸੀ ਇਸ ਧਰਤੀ ਦਾ, ਇਸ ਟੁਕੜੇ ਦਾ। ਸੋ ਇਸ ਤਰ੍ਹਾਂ ਸਾਹਿਬ ਪਾਤਸ਼ਾਹ ਕਹਿੰਦੇ ਨੇ ਵੀ ਤੂੰ ਇਸ ਮੋਹ ਦੇ ਵਿੱਚ ਆਪ ਵੀ ਲਪਟਿਆ, ਤੇ ਗਾਂ ਆਪਣੇ ਬੱਚਿਆਂ ਨੂੰ ਵੀ ਪ੍ਰੇਰਦਾ ਪਿਆ ਵੀ ਇਹਦੇ ਪਿੱਛੇ ਭਾਵੇਂ ਗੋਲੀ ਮਾਰਨੀ ਪੈ ਜੇ ਮਾਰ ਦਿਓ, ਪਰ ਇਹ ਜਾਣੀ ਨਹੀਂ ਚਾਹੀਦੀ। ਤਾਂ ਸਾਹਿਬ ਕਹਿੰਦੇ ਇਸ ਮੋਹ ਦੇ ਵਿੱਚ ਤੂੰ ਲਪਟਿਆ ਹੋਇਆ, ਪਰ ਯਾਦ ਰੱਖੀ ਛੋੜ ਚੱਲਿਆ ਤਾਂ ਫਿਰ ਪਛਤਾਨਾ। ਇੱਕ ਦਿਨ ਤੇ ਤੈਨੂੰ ਛੱਡ ਕੇ ਜਾਣਾ ਹੀ ਪਏਗਾ ਨਾ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਾ। ਚਲੋ ਟੁਕੜਾ ਤੇ ਬਾਅਦ ਦੀ ਗੱਲ ਹੈ। ਜਦੋਂ ਮਹਾਰਾਜ ਪਾਤਸ਼ਾਹ ਜੀ ਨੇ ਦੁਨੀ ਚੰਦ ਨੂੰ ਕਿਹਾ ਸੀ ਕਿ ਦੁਨੀ ਚੰਦ, ਅਸੀਂ ਦੇਖਿਆ ਤੇਰੇ ਕੋਲ ਬੜਾ ਕੁਛ ਹੈ। ਉਹਦੀ ਗਾਥਾ ਥੋੜ੍ਹੀ ਲੰਬੀ ਹੈ। ਉਹ ਮਹਾਰਾਜ ਨੂੰ ਜਦੋਂ ਮਹਾਰਾਜ ਉਹਨੂੰ ਮਿਲਦੇ ਨੇ ਦੁਨੀ ਚੰਦ ਨੂੰ, ਤੇ ਉਹ ਵਾਰ-ਵਾਰ ਮਹਾਰਾਜ ਦੇ ਕੋਲ ਆਪਣੀ ਗੱਲ ਜੀ ਚਲਾਉਂਦਾ ਹੈ, ਮਹਾਰਾਜ ਨੂੰ ਆਪਣਾ ਘਰ ਦਿਖਾਉਂਦਾ ਹੈ। ਜਿਵੇਂ ਆਪਾਂ ਕਈ ਵਾਰ ਜਾਈਏ, ਅਗਲਾ ਕਹਿੰਦਾ ਆਓ ਸਾਡਾ ਘਰ ਵੇਖ ਲਓ ਜੀ, ਨਾ ਵੀ ਇੱਛਾ ਹੋਵੇ ਤਾਂ ਵੀ ਕਹਿੰਦਾ ਹੁੰਦਾ ਆ ਜਾਓ ਸਾਡਾ ਘਰ ਵੇਖੋ। ਫਿਰ ਕਦੀ ਦਰਵਾਜ਼ਾ ਖੋਲ, ਕਦੀ ਕਮਰਾ ਖੋਲ, ਕਦੀ ਬਾਥਰੂਮ ਖੋਲ, ਕਦੀ ਰਸੋਈ ਖੋਲ ਵਿਖਾਉਂਦੇ, ਬਾਥਰੂਮ ਖੋਲ ਅੰਦਰੋਂ ਵਿਖਾਈ ਜਾਣਗੇ ਆਹ ਵੇਖੋ ਜੀ। ਚਲੋ ਠੀਕ ਹੈ ਭਾਈ, ਤੁਸੀਂ ਪੈਸਾ ਲਾਇਆ ਹੋਏਗਾ। ਕਹਿਣ ਦਾ ਮਤਲਬ ਕੀ ਹੁੰਦਾ ਵੀ ਅਸੀਂ ਇੰਨਾ ਪੈਸਾ ਲਾਤਾ ਜੀ। ਮਹਾਰਾਜ ਨੂੰ ਕਹਿੰਦਾ ਮਹਾਰਾਜ ਮੇਰਾ ਘਰ ਵੇਖੋ। ਸਾਹਿਬ ਕਹਿੰਦੇ ਅਸੀਂ ਕੀ ਲੈਣਾ। ਬਾਹਰ ਖੜਾ ਕਹਿੰਦਾ ਮਹਾਰਾਜ ਵੇਖੋ 7 ਝੰਡੇ ਲੱਗੇ, ਤੇ ਕਦੀ ਨੌਕਰ ਨੂੰ ਕਹਿੰਦਾ ਉਹ ਜਿਹੜਾ 1 ਨੰਬਰ ਵਾਲਾ ਝੰਡਾ ਇਹਨਾਂ ਨੂੰ ਥੋੜ੍ਹਾ ਜਿਹਾ ਸਿੱਧਾ ਕਰ ਦੇ। ਫਿਰ ਕਹਿੰਦਾ ਉਹ 2 ਨੰਬਰ ਵਾਲਾ ਝੰਡਾ ਥੱਲੇ ਨੂੰ ਹੋ ਗਿਆ, ਇਹਨੂੰ ਤਾਂ ਨੂੰ ਕਰ। ਉਹ ਫਲਾਣਾ ਧੋਣ ਵਾਲਾ ਹੋ ਗਿਆ। ਇੰਜ ਵੀ ਮਹਾਰਾਜ ਪੁੱਛਣ ਵੀ ਇਹ 7 ਝੰਡੇ ਕਾਹਦੇ ਲਈ ਲਾਏ ਆ। ਕਈ ਵਾਰ ਤੁਸੀਂ ਆਮ ਵੇਖਿਆ ਇਹ ਬੰਦਾ ਨਾ ਜਾਣ ਕੇ ਤੁਹਾਡੇ ਸਾਹਮਣੇ ਕਿਸੇ ਚੀਜ਼ ਦੇ ਵਿੱਚ ਦੂਜੇ ਨੂੰ ਦਾਬਾ ਮਾਰ ਕੇ ਕਹੇਗਾ ਇਹਨੂੰ ਐਂ ਕਰ ਦੇ, ਇਹਨੂੰ ਕਿ ਇਹ ਬੰਦਾ ਮੈਨੂੰ ਪੁੱਛੇ ਵੀ ਇਹ ਚੀਜ਼ ਹੈ ਕੀ ਹੈ, ਲਈ ਕਿੱਥੋਂ ਹੈ। ਤੇ ਮਹਾਰਾਜ ਬੇਪਰਵਾਹ ਜੇ ਬੈਠੇ ਹੋ, ਨੌਕਰ ਨੂੰ ਕਹੀ ਜਾਂਦਾ ਝੰਡਾ ਸਿੱਧਾ ਕਰ, ਆਹ ਕਰ, ਉਹ ਕਰ। ਮਹਾਰਾਜ ਪੁੱਛਣ ਵੀ ਇਹ ਕਾਹਦੇ ਲਈ ਲਾਏ। ਮਹਾਰਾਜ ਨੇ ਪੁੱਛਿਆ ਨਹੀਂ, ਆਖਰ ਆਪੇ ਕਹਿੰਦਾ ਮਹਾਰਾਜ ਇਹ 7 ਝੰਡੇ ਲੱਗੇ ਮੇਰੇ,
महाराज कहते ठीक है लगे होणगे। महाराज तुहानूं पता नहीं भी 7 झंडे क्यों लगते? महाराज कहते नहीं, ना पता है तो ना मैं पता ही करना चाहना। आपे ही फिर जिवें कह लो भी ढीठ जिहा हो के दसदा भी महाराज जिहदे कोल 1 लाख रुपया होवे ना उहदी कोठी ते झंडा लगदा है, दूरों पता लगदा है बंदे कोल लाख रुपया है। पुराने समय च माया नूं प्रगटाउण दे तरीके सीगे। महाराज मेरे 7 लगे हुए ने, भाव के मैं 7 लाख दा मालक हाँ। अज दे अरबां दी गल कर लईए। महाराज साहब जी चुप ने। आखिर मुकदी गल है, पातशाह जी ने कुछ समय बाद उन्होंने सूई दिती तो महाराज कहते भी आ साडी सूई है तो इनू जदों तू अमानत वजों रख ला, जदों दरगाह जाएगा तो असीं तेरे तो अगे जाके ले लांगे। घरे गया, घर वाली नूं कहंदा भी आ सूई है महाराज दी, इनू संभाल के रख ली। तो कहंदी भी महाराज ने सूई क्यों दिती तैनूं? कहंदा भी वो कहंदे असीं अगली दुनिया च लै लांगे जाके। वो थोड़ी जागी हुई सी, कहंदी भी तेरा दिमाग टकाने ते है, अगे कोई लैके गया कुछ? हलूणा जिहा वज्जा गुरु नानक पातशाह कोल आया, कहंदा महाराज सूई रख लो। महाराज कहंदे तेरे एडे वड्डे महल दे विच एक सूई जी नहीं थां नहीं हैगी साडी। कहंदा महाराज थां दी गल नहीं है, थां वाधू है, सूईयां भावें जिन्नियां मर्जी रख लो, पर तुसीं कहा भी अगले जहान लै लांगे। अगले जहान कित्थे मेरे नाल जाएगी? साहब कहंदे जिहड़ा एडा पसारा इकट्ठा करी बैठा है जाएगा अगले जहान? उस वेले जदों तुरेगा तां छोड़ चलिया तां फिर पछताना। साहब कहंदे उदों केवल पछतावा ही पछतावा जिहड़ा मनुख दे पल्ले रह जांदा है। किरपा निधान नानक कहो करहो दात। अखीर साहब कहंदे ए किरपा दे खजाने सतगुरु सानू एक दात दे, अपनी बख्शिश दे, जिन्हों सिख रोज़ अरदास च कहंदा दाता तरस करी दाना सिर दान नाम दान। तू दान रूप विच सानू नाम दी दात दे। ते साहब इत्थे कहंदे ने सानू एक दात दे, ते ओ की है? नाम तेरा जपी दिन रात। पातशाह सारियां मंगां ही अंदरों खत्म हो जाण। इस संसार दे उत्ते राज ना चाहो मुक्त ना चाहो मनप्रीत चरण कमलारे दी गल हो जे। इत्थे ये अवस्था बन जाए कि मुक्त बपुड़ी भी ज्ञानी त्यागे। तो साहब पातशाह कहंदे बस तेरे चरणों च इक्को ही अरदास है कि असी दिन रात उठत बैठत सोवत ध्याईए मार्ग चलत हरे हर काईए। असी इस तरह की अवस्था नूं मानीए कि सानू एक छिन एक घड़ी एक पल भी तेरा नाम जिहड़ा सोना विसर ना करे। ये हजूर पातशाह जी ने इन्हां पावन अस्थानां तो मुख वाक साहब बख्शिश करके निवाजे है। कुछ समा आपां मालक की सिफत की है। भुलां दी खिमा हजूर सबना दी हाज़री दर प्रवान करन, भेटावां प्रवान करन, सबना दियां पावना पूरियां करके अपनियां मेहरां रहमतां नाल निवाजना करन। किरपा निधान नानक कहो करहो दात। नाम तेरा जपी दिन रात। वाहिगुरु जी का खालसा वाहिगुरु जी की फतेह।